सोई। वाहिगुरु जी की फतेह। विघ्न विनाशन सोई। सतनाम श्री वाहिगुरु साहिब जी। जीवत नह त्यागों अब तो ही, बहु दिन की चिंता लग मोही। दियो कष्टपति सब मैं खोई, अब लो त्रास भयो नह कोई। जीवत नह त्यागों अब तो ही। वाहिगुरु जी का खालसा, वाहिगुरु जी की फतेह। परम सन्मानयोग जुगो जुगे अटल चवर छत्र तखत दे मालक, किरपा निध महिमा निध दया निध करुणा निध, समुची मानवता के कल्याणकारी सतगुरु धन धन साहिब श्री गुरु ग्रंथ साहिब महाराज सच्चे पातशाह जी की पावन पवित्र हजूरी अंदर विराजमान गुरु महाराज जी का परम स्वरूप खालसा रूप साध संगत जी वो तनता दे योग ਹਨ जिन्हां नूं सतगुरु जी ने अपार बख्शिश कृपा करके सचखंड श्री हरमंदर साहिब जी श्री अमृतसर साहिब जी के खुले दर्शन दीदारे करन दा सुभाग बख्शिश किया है। आप जी वडभागी हो गुरुद्वारा श्री मंजी साहिब दीवान हाल विखे दिन के चौथे पहर के सजे हुए दीवाना दीयां हाजरियां भर रहे हैं। गुरु घर दे सत्कारयोग रागी सिंह साहिबान जी पासों अमृतमयी गुरबाणी का कीर्तन श्रवण किया है। चल रही अस्थान की मर्यादा मुताबिक महाकवि भाई संतोख सिंह साहिब जी उन्हां दे रचित पावन पवित्र ग्रंथ श्री गुरु प्रताप सूरज ग्रंथ रास चौथी धन धन साहिब श्री गुरु अर्जन देव महाराज जी की शहादत वाला प्रकरण जिहड़ा वो चल रहा है। पिछले दीवान अंदर आपां सरवण किया कि धन श्री गुरु अर्जन देव महाराज साहिब सच्चे पातशाह जी नूं जो सरकार सी उस वक़्त दी बादशाह जहांगीर दीवान चंदू ते शेख फरीद मुर्तजा खान वर्गियां दी कट्टरता ते सतगुरु गुरु अर्जन देव महाराज जी की गिरफ्तारी का परवाना श्री अमृतसर साहिब पहुँचता है। ते सतगुरु श्री गुरु अर्जन देव महाराज साहिब सच्चे पातशाह जी गुरु घर दीयां रस्मां गुरियाई की रस्म छठम पातशाह मीरी पीरी दे मालक गुरु हरगोबिंद साहिब महाराज जी नूं सौंपना करके श्री अमृतसर साहिब तो लाहौर वाले पासे रवानगी करते ने। ते सतगुरु जी लाहौर जाके अपने बड़े प्रेमी सिख भाई बुद्धू दे घरे ਜਿਹੜੇ ਉਹਨਾਂ ਦੇ ਵੰਸ਼ ਦੇ ਵਿੱਚੋਂ ਨੇ ਭਾਈ ਸੱਧੂ ਜੀ ਉਹਨਾਂ ਦੇ ਗ੍ਰਹਿ ਵਿਖੇ ਇੱਕ ਰਾਤ ਦਾ ਟਿਕਾਣਾ ਕਰਦੇ ਨੇ। ਸੰਗਤਾਂ ਆਉਂਦੀਆਂ ਗੁਰੂ ਕੇ ਲੰਗਰ ਸਜਦੇ ਨੇ। ਫਿਰ ਉੱਥੇ ਹੀ ਜਹਾਂਗੀਰ ਦਾ ਹੁਕਮ ਜਿਹੜਾ ਹੈ ਉਹ ਵਜ਼ੀਰ ਖਾਂ ਲੈ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪਹੁੰਚਦਾ ਵੀ ਮਹਾਰਾਜ ਜੀ ਤੁਹਾਨੂੰ ਦਰਬਾਰ ਦੇ ਵਿੱਚ ਬੁਲਾਇਆ ਗਿਆ ਬਾਦਸ਼ਾਹ ਜਹਾਂਗੀਰ ਨੇ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਹਾਂਗੀਰ ਦੇ
ਦਰਬਾਰ ਦੇ ਵਿੱਚ ਜਾਂਦੇ ਨੇ, ਉੱਥੇ ਸਤਿਗੁਰੂ ਜੀ ਨੇ ਸਵਾਲ ਜਵਾਬ ਹੁੰਦੇ ਨੇ। ਸਾਧ ਸੰਗਤ ਜੀਓ, ਜੋ ਕੁਝ ਦੀਵਾਨ ਚੰਦੂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਿਛਲੇ ਪ੍ਰਕਰਨ, ਕੱਲ੍ਹ ਦੇ ਪ੍ਰਕਰਨ ਅੰਦਰ ਆਪਾਂ ਸਰਵਣ ਕੀਤਾ ਸੀ ਵੀ ਜਹਾਂਗੀਰ ਬਾਦਸ਼ਾਹ ਦਾ ਇਹ ਖਾਸ ਦੀਵਾਨ ਸੀ, ਇਹ ਕਲਾਨੌਰ ਦੇ ਰਹਿਣ ਵਾਲਾ ਹੈ। ਇਹਦਾ ਬਾਦਸ਼ਾਹ ਦੇ ਨਾਲ ਨਾਤਾ ਕਿਵੇਂ ਬਣਿਆ? ਜਦੋਂ ਅਕਬਰ ਨੂੰ ਕਲਾਨੌਰ ਦੇ ਵਿੱਚ ਤਾਜਪੋਸ਼ੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਅਕਬਰ ਬਾਦਸ਼ਾਹ ਦੇ ਹੱਕ ਵਿੱਚ ਨਾਅਰਾ ਮਾਰਨ ਵਾਲਾ ਇਹ ਕਲਾਨੌਰ ਦਾ ਰਹਿਣ ਵਾਲਾ ਹਿੰਦੂ ਦੀਵਾਨ ਚੰਦੂ ਸੀ। ਤੇ ਹੌਲੀ ਹੌਲੀ ਅਕਬਰ ਬਾਦਸ਼ਾਹ ਦੀ ਨੇੜਤਾ ਪ੍ਰਾਪਤ ਕਰ ਗਿਆ। ਤੇ ਫਿਰ ਜਦੋਂ ਅਕਬਰ ਜਿਹੜਾ ਆਪਣਾ ਅਗਲਾ ਆਪਣੇ ਪੁੱਤਰ ਜਹਾਂਗੀਰ ਨੂੰ ਬਾਦਸ਼ਾਹ ਥਾਪ ਗਿਆ ਤੇ ਫਿਰ ਉਹਦਾ ਖਾਸਮ ਖਾਸ ਦੀਵਾਨ ਇਹ ਚੰਦੂ ਬਣ ਗਿਆ। ਤੇ ਬੜਾ ਭਰੋਸੇ ਵਾਲਾ ਇਤਿਹਾਸਕ ਤੱਥਾਂ ਦੇ ਵਿੱਚ ਤੇ ਇਹ ਵੀ ਮਿਲਦਾ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਪਰ ਜਿਹੜਾ ਬਾਬਾ ਪ੍ਰਿਥੀ ਚੰਦ ਜੀ ਨੇ ਕੇਸ ਕੀਤਾ ਸੀ, ਮੁਕੱਦਮਾ ਕੀਤਾ ਸੀ, ਉਹਦੀ ਵਕਾਲਤ ਵੀ ਚੰਦੂ ਨੇ ਜਹਾਂਗੀਰ ਦੇ ਦਰਬਾਰ ਵਿੱਚ ਕੀਤੀ ਸੀ। ਤੇ ਜਹਾਂਗੀਰ ਬਾਦਸ਼ਾਹ ਨੂੰ ਇਹ ਦੀਵਾਨ ਚੰਦੂ ਕਹਿੰਦਾ ਹੈ ਵੀ ਬਾਦਸ਼ਾਹ ਜਿਹੜਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੇ ਬੜੇ ਕਰੜੇ ਸ਼ਬਦ ਵਰਤਦਾ ਵੀ ਇਹਨਾਂ ਨੇ ਖੁਸਰੋ ਦੀ ਬਗਾਵਤ ਦੇ ਵਿੱਚ ਹਿੱਸਾ ਲਿਆ, ਖੁਸਰੋ ਨੂੰ ਆਪਣੇ ਘਰ ਪਨਾਹ ਦਿੱਤੀ ਹੈ, ਉਹਦੀ ਫੌਜ ਨੂੰ ਲੰਗਰ ਛਕਾਇਆ, ਤੇ ਜਿਹੜਾ ਤੁਸੀਂ ਵਸੂਲੀ ਵਾਸਤੇ ਇਹਨਾਂ ਨੂੰ 2 ਲੱਖ ਰੁਪਈਆ ਜੁਰਮਾਨਾ ਕੀਤਾ ਹੈ, ਉਹ ਜੁਰਮਾਨਾ ਤੁਸੀਂ ਹੁਣ ਮੈਨੂੰ ਦੱਸੋ, ਮੈਂ ਇਹਨਾਂ ਨੂੰ ਦੰਡ ਵੀ ਦੇਵਾਂਗਾ ਤੇ ਉਹ ਜੁਰਮਾਨਾ ਲੈ ਕੇ ਮੈਂ ਬਾਦਸ਼ਾਹ ਦੇ ਦਰਬਾਰ ਵਿੱਚ ਹਾਜ਼ਰ ਹੋਵਾਂਗਾ। ਤੁਸੀਂ ਹੁਣ ਮੇਰੇ ਤੇ ਭਰੋਸਾ ਕਰੋ, ਜੇ ਤੁਹਾਡੀ ਈਣ ਨਹੀਂ ਮੰਨ ਰਿਹਾ, ਕਿਉਂਕਿ ਮਹਾਰਾਜ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਸਵਾਲ ਜਵਾਬ ਹੁੰਦੇ ਨੇ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੀ ਨਿਮਰਤਾ ਦੇ ਵਿੱਚ ਰਹਿ ਕੇ ਸ਼ਾਂਤੀ ਦੇ ਬੁੰਜ, ਪਿਆਰ ਦੇ ਦਾਤੇ, ਉਹਦੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਆ। ਤੇ ਫਿਰ ਜਹਾਂਗੀਰ ਬਾਦਸ਼ਾਹ ਨੂੰ ਚੰਦੂ ਕਹਿੰਦਾ ਵੀ ਤੁਸੀਂ, ਤੁਹਾਡਾ ਦਿਲ ਕਰੇ ਤੁਸੀਂ ਕਸ਼ਮੀਰ ਚਲੇ ਜਾਓ, ਚਾਹੇ ਦਿੱਲੀ ਤਖਤ ਵਾਲੇ ਪਾਸੇ ਵਾਪਸ ਚਲੇ ਜਾਓ, ਇਹ ਹੁਣ ਤੁਸੀਂ ਮੇਰੀ ਜ਼ਿੰਮੇਵਾਰੀ ਲਾ ਦਿਓ। ਸਾਧ ਸੰਗਤ ਜੀ, ਦੀਵਾਨ ਚੰਦੂ ਜਿੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਸੀਹੇ ਦਿੱਤੇ ਗਏ ਨੇ, ਜਿਹੜਾ ਅੱਜ ਦੇ ਪ੍ਰਕਰਨ ਅੰਦਰ ਚੱਲਣਾ, ਉਹ ਦੀਵਾਨ ਚੰਦੂ ਨੂੰ ਇੱਕ ਸਰਕਾਰੀ ਦਰਬਾਰ ਵੱਲੋਂ ਲਾਲ ਹਵੇਲੀ ਮਿਲੀ ਹੋਈ ਸੀ, ਜਿੱਥੇ ਅੱਜ ਵੀ ਤੁਸੀਂ ਨੈੱਟ ਦੇ ਉੱਪਰ ਸਰਚ ਕਰੋ ਤੇ ਲਾਲ ਖੂਹੀ, ਜਿੱਥੇ ਮਹਾਰਾਜ ਜੀ ਦਾ ਸ਼ਹੀਦੀ ਅਸਥਾਨ ਬਣਿਆ ਗੁਰਦੁਆਰਾ ਡੇਰਾ ਸਾਹਿਬ, ਇਹ ਬਾਜ਼ਾਰ ਦੇ ਵਿੱਚ ਹੈ। ਇਹ ਸਰਕਾਰੀ ਹਵੇਲੀ ਮਿਲੀ ਸੀ। ਇਸ ਨੂੰ ਥੋੜ੍ਹੇ ਜਿਹੇ ਦੇ ਘਰ ਦੀ ਦੂਰੀ ਤੋਂ ਉਸ ਲਾਲ ਹਵੇਲੀ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇੱਕ ਰਾਤ ਬਤੀਤ ਹੋ ਚੁੱਕੀ ਹੈ। ਤਸੀਆਂ ਵਾਲਾ ਸਫ਼ਰ ਜਿਹੜਾ ਸੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਦਿੱਤਾ ਜਾ ਰਿਹਾ ਹੈ। ਬੜੇ ਬੁਰੇ ਭਲੇ ਬੋਲ ਚੰਦੂ ਆਪਣੀ ਮਾੜੀ ਜ਼ੁਬਾਨ ਤੋਂ ਸਤਿਗੁਰੂ ਜੀ ਨੂੰ ਕਹਿ ਰਿਹਾ ਹੈ। ਇੱਕ ਪਾਸੇ ਜਬਰ ਹੋ ਰਿਹਾ ਹੈ ਤੇ ਦੂਸਰੇ ਪਾਸੇ ਸਬਰ ਦਾ ਸਬੂਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਂਤੀ ਦੇ ਵਿੱਚ ਰਹਿ ਕੇ ਦੇ ਰਹੇ ਨੇ। ਤੇਰਾ ਕੀਆ ਮੀਠਾ ਲੱਗ ਹੈ, ਹਰ ਨਾਮ ਪਦਾਰਥ ਨਾਨਕ ਮੰਗੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਓ ਦੀਵਾਨ ਚੰਦੂ ਕਰ ਰਿਹਾ, ਉਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਭਾਣੇ ਵਿੱਚ ਰਹਿ ਕੇ ਸਿੱਖ ਕਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੁਕਮ ਮੰਨਦੇ ਨੇ, ਉਹ ਸਤਿਗੁਰੂ ਜੀ ਦੀ ਕਿਰਪਾ ਸਦਕਾ ਅੱਜ ਆਪਾਂ ਕਥਾ ਰਾਹੀਂ ਸਰਵਣ ਕਰਨ ਦਾ ਯਤਨ ਕਰਨਾ। ਆਓ ਮਨੋਬਿਰਤੀਆਂ ਨੂੰ ਟਿਕਾਈਏ, ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲਵਾਈਏ, ਆਪਣੀ ਸੁਰਤੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਲਾਹੌਰ ਲੈ ਚੱਲੀਏ ਵੀ ਕਿਵੇਂ ਸਤਿਗੁਰੂ ਜੀ ਦੇ ਉੱਪਰ ਤਸ਼ੱਦਦ ਹੋ ਰਿਹਾ ਤੇ ਸ਼ਾਂਤ ਚਿੱਤ ਪਿਆਰ ਦੇ ਦਾਤੇ, ਸ਼ਹੀਦਾਂ ਦੇ ਸਿਰਤਾਜ, ਤਿਆਗ ਦੀ ਮੂਰਤ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਮਹਾਰਾਜ ਜੀ ਤਪਦੀ ਹੋਈ ਜੇਠ ਦੇ ਕੜਕਦੀ ਧੁੱਪ ਦੇ ਵਿੱਚ ਤਸੀਆਂ ਨੂੰ ਸਹਾਰ ਰਹੇ ਨੇ। ਮਨੋਬਿਰਤੀਆਂ ਇਕਾਗਰ ਕਰਦਿਆਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦਿਆਂ ਮਹਾਰਾਜ ਕਿਰਪਾ ਕਰਨ ਆਪ ਵਿੱਚ ਵਰਤ ਕੇ ਗੁਰ ਇਤਿਹਾਸ ਦੀ ਕਥਾ ਕਰਵਾ ਲੈਣ ਜੀ।
ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੀਵਤ ਨਹਿ ਤਿਆਗਉ ਅਬ ਤੋਹੀ। ਚੰਦੂ ਬੜਾ ਅਹੰਕਾਰ ਭਰਿਆ ਬੋਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੋਲਦਾ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਿਛਲੇ ਪ੍ਰਕਰਨ ਅੰਦਰ ਕਹਿ ਰਿਹਾ ਸੀ ਵੀ ਜੇ ਤੁਸੀਂ ਇਸਲਾਮ ਧਰਮ ਧਾਰਨ ਕਰ ਲਵੋ, ਮੇਰੀ ਬੱਚੀ ਦਾ ਨਾਤਾ ਲੈਣਾ ਪ੍ਰਵਾਨ ਕਰ ਲਵੋ, ਜੁਰਮਾਨਾ ਦੇਣਾ ਮੰਨ ਜਾਵੋ, ਤੇ ਮੈਂ ਤੁਹਾਡੀ ਜਾਨ ਬਖਸ਼ੀ ਕਰਵਾ ਸਕਦਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਵਾਬ ਨਾਂਹ ਦੇ ਵਿੱਚ ਦਿੱਤਾ ਸੀ। ਤੇ ਚੰਦੂ ਅਹੰਕਾਰ ਦੇ ਵਿੱਚ ਮਸਤ ਹੋ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿੰਦਾ ਹੈ ਕਿ ਜੀਵਤ ਨਹਿ, ਮੈਂ ਹੁਣ ਤੁਹਾਨੂੰ ਜਿਉਂਦਾ ਨਹੀਂ ਛੱਡਾਂਗਾ। ਤਿਆਗਾਓ ਤਨ ਤੋਂ ਹੀ, ਮੈਂ ਤੁਹਾਡਾ ਤਨ ਜਿਹੜਾ ਹੈ ਉਹਦੇ ਵਿੱਚੋਂ ਪ੍ਰਾਣ ਹਰ ਲਵਾਂਗਾ। ਬਹੁ ਦਿਨ ਕੀ ਚਿੰਤਾ ਲਗ ਮੋਹੀ। ਤੇ ਚੰਦੂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸੰਬੋਧਨ ਕਰਕੇ ਕਹਿੰਦਾ ਵੀ ਮੈਨੂੰ ਬੜੇ ਦਿਨਾਂ ਦੀ ਮੇਰੇ ਅੰਦਰ ਚਿੰਤਾ ਲੱਗੀ ਹੋਈ ਸੀ ਵੀ ਕਦੋਂ ਤੁਸੀਂ ਮੇਰੇ ਸ਼ਿਕੰਜੇ ਵਿੱਚ ਆਓ ਤੇ ਮੈਂ ਤੁਹਾਡੇ ਕੋਲੋਂ ਬਦਲਾ ਲਵਾਂ। ਜਿਹੜਾ ਮੇਰਾ ਗਿਆ ਹੋਇਆ ਨਾਤਾ ਬੱਚੀ ਦਾ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਮੋੜਿਆ। ਹੰਕਾਰ ਦੇ ਵਿੱਚ ਆ ਕੇ ਚੰਦੂ ਕਹਿ ਰਿਹਾ ਵੀ ਮੇਰੇ ਅੰਦਰ ਚਿੰਤਾ ਲੱਗ ਰਹੀ ਸੀ, ਮੈਂ ਉਹ ਚਿੰਤਾ ਆਪਣੀ ਜਿਹੜੀ ਉਹਨੂੰ ਦੂਰ ਕਰਨ ਦਾ ਯਤਨ ਕਰਦਾ ਹਾਂ। ਦਿਓ ਕਸ਼ਟ ਪਤ ਸਭ ਮੈਂ ਖੋਈ। ਤੇ ਵੇਖੋ ਕਿੱਡਾ ਹੰਕਾਰ ਭਰਿਆ ਬੋਲ ਬੋਲਦਾ। ਕਹਿੰਦਾ ਵੀ ਮੈਂ ਤੁਹਾਨੂੰ ਕਸ਼ਟ ਦੇ ਦੇ ਕੇ ਅਜਿਹੇ ਤਸੀਹੇ ਦੇਵਾਂਗਾ ਵੀ ਤੁਹਾਡੀ ਸਾਰੀ ਪੱਤ ਇੱਜ਼ਤ ਖੋਹ ਲਵਾਂਗਾ। ਚੰਦੂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਕਹਿਣਾ ਕਰ ਰਿਹਾ ਵੀ ਮੈਂ ਤੁਹਾਨੂੰ ਇੰਨੇ ਕਸ਼ਟ ਦੇਵਾਂਗਾ, ਅਜਿਹੇ ਤਸੀਹੇ ਦੇਵਾਂਗਾ, ਇੰਨੇ ਭਿਆਨਕ ਤਸੀਹੇ ਦੇਵਾਂਗਾ ਜਿਹੜੇ ਤੁਸੀਂ ਵੇਖੇ ਨਹੀਂ ਵੀ ਹੋਣਗੇ। ਤੇ ਉਹ ਤਸੀਹੇ ਦੇ ਕੇ ਮੈਂ ਤੁਹਾਡੀ ਪੱਤ ਖੋਹ ਲਵਾਂਗਾ। ਅਬ ਲਉ ਤਰਾਸ ਭਇਓ ਨਹਿ ਕੋਈ। ਤੇ ਅਜਿਹਾ ਡਰ ਤੁਸੀਂ ਕਿਤੇ ਜ਼ਿੰਦਗੀ ਵਿੱਚ ਵੇਖਿਆ ਨਹੀਂ ਹੋਵੇਗਾ ਜਿਹੜਾ ਡਰ ਮੈਂ ਤੁਹਾਨੂੰ ਅੱਜ ਦੇਣ ਜਾ ਰਿਹਾ। ਤੇ ਉਹ ਕਹਿਣਾ ਚਾਹੁੰਦਾ ਸੀ ਵੀ ਮੈਂ ਤੁਹਾਨੂੰ ਦੇਗ ਵਿੱਚ ਉਬਾਲਾਂਗਾ, ਰੇਤਾ ਸੀਸ ਤੇ ਪਾਵਾਂਗਾ, ਤਤੀ ਤਵੇ ਤੇ ਬਿਠਾਵਾਂਗਾ, ਫਿਰ ਠੰਡਾ ਜਲ ਪਾਵਾਂਗਾ, ਭੁੱਖਿਆ ਰੱਖਾਂਗਾ, ਪਿਆਸਾ ਰੱਖਾਂਗਾ, ਡਰਾਵਾਂਗਾ, ਧਮਕਾਵਾਂਗਾ। ਤੁਸੀਂ ਅਜਿਹਾ ਡਰ ਵੇਖਿਆ ਨਹੀਂ ਹੋਵੇਗਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਚੰਦੂ ਹੰਕਾਰ ਭਰੇ ਬੋਲ ਕਹਿ ਰਿਹਾ ਤੇ ਮਹਾਰਾਜ ਜੀ ਉਹਦੇ ਮੁਖੜੇ ਵੱਲ ਵੇਖ ਕੇ ਮੁਸਕਰਾ ਰਹੇ ਨੇ ਵੀ ਕੈਸੀ ਬਾਤ ਤੂੰ ਚੰਦੂ ਕਰ ਰਿਹਾ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣਾ ਹਿਰਦਾ ਸ਼ਾਂਤ ਕੀਤਾ ਹੈ, ਜਿਹੜਾ ਵਾਹਿਗੁਰੂ ਨਾ ਕਿਸੇ ਦੇ ਕੋਲੋਂ ਡਰਦਾ ਹੈ, ਨਾ ਕਿਸੇ ਨੂੰ ਡਰਾਉਂਦਾ ਹੈ, ਜੋ ਨਿਰਭਉ ਨਿਰਵੈਰ ਹੈ। ਅਸੀਂ ਤਾਂ ਉਸ ਦੇ ਪੁਜਾਰੀ ਹਾਂ। ਆਨੋ ਅਗਨ ਤਪਾਵੋ ਨੀਰ। ਚੰਦੂ ਫਿਰ ਆਪਣੇ ਅਹਿਲਕਾਰਾਂ ਨੂੰ ਆਗਿਆ ਕਰਦਾ, ਆਨੋ ਅਗਨ ਤਪਾਵੋ ਨੀਰ, ਵੀ ਜੇ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨਹੀਂ ਨਾ ਮੰਨਦੇ ਤੇ ਫਿਰ ਤੁਸੀਂ ਇਸ ਤਰ੍ਹਾਂ ਕਰੋ ਵੀ ਅੱਗ ਲਿਆ ਕੇ ਵੱਡੀ ਲੋਹ ਦੇ ਵਿੱਚ ਬਾਲੋ, ਲੋਹ ਦੇ ਵਿੱਚ ਬਾਲ ਕੇ ਉਹਦੇ ਉੱਪਰ ਇੱਕ ਵੱਡੀ ਦੇਗ ਚੜਾਵੋ ਤੇ ਦੇਗ ਦੇ ਵਿੱਚ ਨੱਕੇ ਤੱਕ ਪਾਣੀ ਭਰ ਕੇ ਪਾਣੀ ਨੂੰ ਉਬਾਲਣਾ ਸ਼ੁਰੂ ਕਰ ਦੇਵੋ। ਬੀਚ ਬਿਠਾਵੋ ਤਪਹਿ ਸਰੀਰ। ਦੀਵਾਨ ਚੰਦੂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਵੇਖ ਕੇ ਆਪਣੇ ਸੈਨਾਪਤੀਆਂ ਸਿਪਾਹੀਆਂ ਨੂੰ ਕਹਿੰਦਾ ਹੈ ਵੀ ਜੇ ਇਹ ਨਹੀਂ ਮੰਨ ਰਿਹਾ, ਇਹ ਸਾਡੇ ਇਸਲਾਮ ਨੂੰ ਕਬੂਲ ਨਹੀਂ ਕਰ ਰਿਹਾ, ਸਾਡੀ ਸ਼ਰ੍ਹਾ ਦੇ ਵਿੱਚ ਨਹੀਂ ਆ ਰਿਹਾ, ਸਾਡਾ ਨਾਤਾ ਨਹੀਂ ਪ੍ਰਵਾਨ ਕਰ ਰਿਹਾ, ਤੇ ਫਿਰ ਕਸ਼ਟਾਂ ਵਾਲਾ ਜਿਹੜਾ ਸੀ ਭਿਆਨਕ ਸਿਲਸਿਲਾ ਸ਼ੁਰੂ ਕਰ ਦਿਓ। ਇਹਨਾਂ ਨੂੰ ਵਿੱਚ ਬਿਠਾ ਦਿਓ ਤੇ ਸਰੀਰਕ ਇਹਨਾਂ ਨੂੰ ਕਸ਼ਟ ਦੇਣੇ ਸ਼ੁਰੂ ਕਰ ਦੇਵੋ। ਮੈਂ ਜਿਮ ਤਪਤਿਓ ਦਿਨ ਅਰ ਰਾਤੀ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਵੇਖ ਕੇ ਚੰਦੂ ਇਸ਼ਾਰਾ ਕਰਕੇ ਆਪਣੇ ਸਿਪਾਹੀਆਂ ਨੂੰ ਕਹਿੰਦਾ ਵੀ ਮੈਂ ਜਿਵੇਂ ਈਰਖਾ ਦੀ ਅੱਗ ਦੇ ਵਿੱਚ ਦਿਨ ਰਾਤ ਸੜਦਾ ਰਿਹਾ, ਮਹਾ ਕਸ਼ਟ ਤੇ ਸੁਲਗਤ ਛਾਤੀ। ਈਰਖਾ ਦੀ ਅੱਗ ਨੇ ਮੈਨੂੰ ਅੰਦਰੋਂ ਅੰਦਰ ਹੀ ਇੰਨਾ ਸਾੜ ਦਿੱਤਾ, ਉਸ ਈਰਖਾ ਦੀ ਅੱਗ ਕਰਕੇ ਮੇਰੀ ਛਾਤੀ ਸੁਲਗ ਰਹੀ ਹੈ। ਜਦੋਂ ਇਨਸਾਨ ਦੇ ਅੰਦਰ ਈਰਖਾ ਕ੍ਰੋਧ ਜ਼ਿਆਦਾ ਪ੍ਰਜਵਲਿਤ ਹੋ ਜਾਂਦਾ ਹੈ ਤੇ ਅੰਦਰੋਂ ਅੰਦਰੀ ਈਰਖਾਲੂ ਮਨੁੱਖ ਜਿਹੜਾ ਹੈ ਉਹਦਾ ਅੰਦਰ ਤਪਣਾ ਸ਼ੁਰੂ ਹੋ ਜਾਂਦਾ। ਮਹਾਰਾਜ ਜੀ ਨੇ ਕਿਹਾ ਨਾ ਵੀ ਹਾਰ ਬਿਨ ਜੀਓ ਜਲ ਬਲ ਜਾਓ। ਜਿਸ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ, ਈਰਖਾ ਵਾਲਾ ਗੁਣ ਜਿਹੜਾ ਪੈਦਾ ਹੋ ਗਿਆ। ਤੇ ਚੰਦੂ ਆਪਣੇ ਅਹਿਲਕਾਰਾਂ ਨੂੰ ਕਹਿ ਰਿਹਾ ਵੀ ਦਿਨ ਰਾਤ ਮੇਰੀ ਛਾਤੀ ਜਿਹੜੀ ਸੀ ਨਾ ਈਰਖਾ ਕਰਕੇ ਇਹਦੇ ਅੰਦਰ ਅੱਗ ਬਲ ਰਹੀ ਸੀ, ਭਾਂਬੜ ਮਚ ਰਿਹਾ ਸੀ,
ਵੀ ਕਿਵੇਂ ਮੈਨੂੰ ਮੌਕਾ ਮਿਲੇ ਤੇ ਮੈਂ ਆਪਣੇ ਬਦਲੇ ਜਿਹੜੇ ਸੀ ਉਹ ਗਿਣ ਗਿਣ ਕੇ ਇਸ ਗੁਰੂ ਘਰ ਦੇ ਕੋਲੋਂ ਲੈਣ ਦਾ ਯਤਨ ਕਰਾਂ। ਤਿਮ ਤਪਤਾਵੋ ਬਿਲਮ ਨ ਲਾਵੋ। ਤਿਮ ਤਪਤਾਵੋ ਬਿਲਮ ਨਾ ਲਾਵੋ, ਵੀ ਮੈਂ ਉਸੇ ਤਰ੍ਹਾਂ ਜਿਵੇਂ ਮੈਂ ਤਪਿਆ ਉਸੇ ਤਰ੍ਹਾਂ ਮੈਂ ਗੁਰੂ ਨੂੰ ਤਪਾਉਣ ਦਾ ਯਤਨ ਕਰਾਂ। ਨਾਹੇ ਤਲੇ ਨਾਤਾ ਮਨਵਾਵੋ। ਤੇ ਦੋ ਰਸਤੇ ਨੇ ਗੁਰੂ ਜੀ ਦੇ ਕੋਲ। ਇੱਕ ਤੇ ਜੇ ਇਹ ਮੇਰਾ ਨਾਤਾ ਮੇਰਾ ਪ੍ਰਵਾਨ ਕਰ ਲੈਣ, ਜਾਂ ਮੇਰੀ ਈਨ ਦੇ ਵਿੱਚ ਆ ਜਾਣ, ਜਾਂ ਮੇਰੀ ਸ਼ਰ੍ਹਾ ਦੇ ਵਿੱਚ ਆ ਜਾਣ। ਸਤ ਸੰਗਤ ਜੀ, ਇੱਥੇ ਇੱਕ ਗੱਲ ਯਾਦ ਰੱਖਣਾ, ਜਿਸ ਕਾਨੂੰਨ ਦੇ ਤਹਿਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਸੀਹਿਆਂ ਦਾ ਸਿਲਸਿਲਾ ਪ੍ਰਾਰੰਭ ਕੀਤਾ ਗਿਆ ਹੈ, ਇਹ ਤਸੀਹੇ ਜਿਹੜੇ ਨੇ ਇਸਲਾਮ ਦੀ ਤਾਰੀਖ ਦੇ ਵਿੱਚ ਇਹਨਾਂ ਨੂੰ ਸਿਆਸਤ ਵਾ ਯਾਸਾ ਰਸਾਨੰਦ ਕਹਿੰਦੇ ਨੇ। ਯਾਸਾ ਦੇ ਕਾਨੂੰਨ ਤਹਿਤ ਇਸਲਾਮ ਦਾ ਇਹ ਮੰਨਣਾ, ਉਹਨਾਂ ਦੇ ਖਲੀਫਿਆਂ ਨੇ ਕੁਰਾਨ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਵੀ ਜਦੋਂ ਵੀ ਕਿਸੇ ਖੁਦਾ ਪ੍ਰਸਤ ਬੰਦੇ ਦਾ ਖੂਨ ਧਰਤੀ ਦੇ ਉੱਪਰ ਡੁੱਲਦਾ ਹੈ ਤੇ ਉਹ ਖੂਨ ਬੜਾ ਭਿਆਨਕ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ। ਤੇ ਇਸ ਕਾਨੂੰਨ ਨੂੰ ਕਿਹਨੇ ਤਿਆਰ ਕੀਤਾ? ਮੰਗੋਲੀਆ ਇੱਕ ਵਿਦੇਸ਼ ਹੈ, ਉੱਥੋਂ ਦਾ ਇੱਕ ਬਾਦਸ਼ਾਹ ਹੋਇਆ ਜਿਹਦਾ ਨਾਮ ਪਹਿਲਾਂ ਤੇਮੂਜਿਮ ਸੀ, ਬਾਅਦ ਵਿੱਚ ਉਹਨੇ ਆਪਣਾ ਨਾਮ ਬਦਲ ਕੇ ਚੰਗੇਜ਼ ਖਾਨ ਰੱਖ ਲਿਆ। 1222 ਈਸਵੀ ਦੇ ਵਿੱਚ ਉਹਨੇ ਇੱਕ ਬਿਕਲੀਸ ਨਾਮ ਦਾ ਗ੍ਰੰਥ ਲਿਖਿਆ। ਉਹਦੇ ਵਿੱਚ ਜਾਸਾ ਕਾਨੂੰਨ, ਰਾਜਨੀਤੀ ਕਾਨੂੰਨਾਂ ਦਾ ਇੱਕ ਸੰਗ੍ਰਹਿ ਲਿਖਿਆ। ਉਹਨਾਂ ਕਾਨੂੰਨਾਂ ਦੇ ਵਿੱਚ ਇਹ ਗੱਲ ਲਿਖੀ ਵੀ ਕੁਝ ਅਜਿਹੇ ਕਾਨੂੰਨ ਤਸੀਹੇ ਤਿਆਰ ਕਰ ਦਿੱਤੇ ਜਾਣ ਜਿਨ੍ਹਾਂ ਤਸੀਹਿਆਂ ਦੇ ਨਾਲ ਕਿਸੇ ਵੀ ਖੁਦਾ ਪ੍ਰਸਤ ਨੇਕ ਰੂਹ ਫਕੀਰ ਸੂਫੀ ਦਾਨਸ਼ਮੰਦ ਇਨਸਾਨ ਦਾ ਖੂਨ ਧਰਤੀ ਦੇ ਉੱਪਰ ਡੁੱਲੇ ਨਾ। ਹੁਣ ਉਹਨਾਂ ਤਸੀਹਿਆਂ ਦੇ ਵਿੱਚ ਕੀ ਸੀ ਵੀ ਜਦੋਂ ਸਰੀਰ ਨੂੰ ਪਾਣੀ ਵਿੱਚ ਉਬਾਲਿਆ ਜਾਂਦਾ ਹੈ ਤੇ ਸਰੀਰ ਦੀ ਉੱਪਰਲੀ ਜਿੰਨੀ ਚਮੜੀ ਹੈ ਉਹ ਹੌਲੀ ਹੌਲੀ ਗਲਣੀ ਸ਼ੁਰੂ ਹੋ ਜਾਂਦੀ ਹੈ। ਆਪਾਂ ਕਿਤੇ ਘਰਾਂ ਦੇ ਵਿੱਚ ਵੇਖਿਆ ਹੋਇਆ ਉਬਲਿਆ ਹੋਇਆ ਪਾਣੀ ਹੱਥ ਦੇ ਉੱਪਰ ਪੈ ਜਾਵੇ ਤੇ ਸਰੀਰ ਦੇ ਉੱਪਰ ਛਾਲੇ ਹੋਣੇ ਸ਼ੁਰੂ ਹੋ ਜਾਂਦੇ ਨੇ। ਕੁਝ ਸਮੇਂ ਬਾਅਦ ਉਹ ਜ਼ਖਮ ਜਦੋਂ ਭਰ ਜਾਂਦਾ ਪਾੜਦਾ, ਫਿਰ ਉਹਨਾਂ ਥਾਂ ਗਲ ਜਾਂਦਾ। ਤੇ ਜਰਾ ਮਨ ਦੇ ਵਿੱਚ ਅਨੁਭਵ ਕਰੀਏ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਦੇਗ ਵਿੱਚ ਉਬਾਲਿਆ ਗਿਆ, ਸਤਿਗੁਰੂ ਜੀ ਦਾ ਸਰੀਰ ਛਾਲਿਆਂ ਨਾਲ ਭਰ ਗਿਆ। ਤੇ ਦੂਸਰਾ ਉਹਨਾਂ ਕਾਨੂੰਨ ਇਹ ਤਿਆਰ ਕੀਤਾ ਵੀ ਜਦੋਂ ਦੇਗ ਵਿੱਚ ਉਬਾਲਣ ਤੋਂ ਬਾਅਦ ਵੀ ਇਨਸਾਨ ਦੇ ਪ੍ਰਾਣ ਨਾ ਨਿਕਲਣ, ਫਿਰ ਉਹਨੂੰ ਤੱਤੀ ਤਵੀ ਦੇ ਉੱਪਰ ਬਿਠਾਇਆ ਜਾਵੇ। ਜੇ ਫੇਰ ਵੀ ਤਪਦੀ ਹੋਈ ਤਵੀ ਵੀ ਸੁਹਾਰ ਜਾਣ ਤੇ ਸੜੇ ਬਲੇ ਹੋਏ ਸਰੀਰ ਦੇ ਉੱਪਰ ਕੜਛੇ ਭਰ ਕੇ ਗਰਮ ਰੇਤ ਦੇ ਪਾਏ ਜਾਣ। ਤੇ ਜੇ ਗਰਮ ਰੇਤ ਵੀ ਸਰੀਰ ਸਹਾਰ ਜਾਵੇ ਤੇ ਉਸ ਤੋਂ ਵੀ ਭਿਆਨਕ ਤਸੀਹਾ ਦਿੱਤਾ ਜਾਵੇ। ਸੜੇ ਹੋਏ ਸਰੀਰ ਦੇ ਉੱਪਰ ਠੰਡਾ ਪਾਣੀ ਪਾਇਆ ਜਾਵੇ, ਇਨਸਾਨ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ। ਪਰ ਉਹ ਭੁੱਲ ਗਏ ਸਨ ਵੀ ਗੁਰੂ ਘਰ ਦੇ ਨਾਲ ਮੱਥਾ ਲਾਇਆ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਪਹਿਲਾਂ 5 ਸ਼ਹੀਦ ਧਰਮ ਦੇ ਇਤਿਹਾਸ ਵਿੱਚ ਹੋ ਚੁੱਕੇ ਨੇ। ਪਹਿਲਾ ਸ਼ਹੀਦ ਸ਼ੁਕਰਾਤ ਹੋਇਆ, ਦੂਸਰਾ ਹਜ਼ਰਤ ਈਸਾ ਜੀ ਹੋਏ ਨੇ, ਤੀਸਰਾ ਮਨਸੂਰ ਹੋਇਆ, ਸ਼ਮਸ ਤਰਜੇਬ ਹੋਇਆ। ਅੱਜ 5ਵੀਂ ਵਾਰੀ ਧਰਮ ਦੇ ਨਵੇਕਲੇ ਸ਼ਹੀਦ, ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਕਹਿੰਦੇ ਆ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੰਦੂ ਜੋ ਕੁਝ ਕਹਿ ਰਿਹਾ ਸਰਵਣ ਕਰੀਏ ਜੀ। ਸੁਣੀ ਦੁਸ਼ਟ ਕੀ ਆਇਸ ਜਾਬੈ। ਦੁਸ਼ਟ ਚੰਦੂ ਦੀ ਆਗਿਆ ਜਦੋਂ ਉਸਦੇ ਅਹਿਲਕਾਰਾਂ ਨੇ ਸੁਣੀ ਹੈ, ਜਲ ਭਰ ਦੇਗ ਚੜਾਏ ਸਤਬੈ। ਉਸੇ ਵਕਤ ਉਸਦੇ ਅਹਿਲਕਾਰਾਂ ਨੇ ਉਸਦੇ ਫਰਮਾਨ ਨੂੰ ਸਰਵਣ ਕਰਦਿਆਂ ਦੀਵਾਨ ਚੰਦੂ ਦੀ ਹਵੇਲੀ ਦੇ ਵਿੱਚ ਬੜਾ ਸਖਤ ਪਹਿਰਾ ਲੱਗਾ ਸੀ। ਪਹਿਰੇਦਾਰ ਕੌਣ ਹੈ? ਮੁਰਤਜ਼ਾ ਖਾਨ, ਜਿਹੜਾ ਵੈਰੋ ਨੰਗਲ ਪੰਜਾਬ ਦਾ ਰਹਿਣ ਵਾਲਾ। ਇਹਦਾ ਨਾਮ ਸ਼ੇਖ ਫਰੀਦ ਬੁਖਾਰੀ ਕਰਕੇ ਵੀ ਇਤਿਹਾਸ ਵਿੱਚ ਆਇਆ। ਸ਼ੇਖ ਫਰੀਦ ਬੁਖਾਰੀ ਉਹੀ ਹੈ ਜਿਹਨੇ ਖੁਸਰੋ ਦੀ ਬਗਾਵਤ ਨੂੰ ਨੱਪਦੇ ਹੋਇਆ ਦਿੱਲੀ ਤੋਂ 11,000 ਦੀ ਫੌਜ ਲੈ ਕੇ ਖੁਸਰੋ ਨੂੰ ਪਕੜ ਕੇ ਜਹਾਂਗੀਰ ਦੇ ਸਾਹਮਣੇ ਪੇਸ਼ ਕੀਤਾ ਸੀ। ਜਿਹੜਾ ਜਹਾਂਗੀਰ ਬਾਦਸ਼ਾਹ ਆਪਣੇ ਪੁੱਤਰ ਖੁਸਰੋ ਨੂੰ ਅੱਖਾਂ ਸਿਉਂ ਕੇ ਜੇਲ੍ਹ ਦੇ ਵਿੱਚ ਬੰਦ ਕਰਕੇ ਉਹਨੂੰ ਭੁੱਖਾ ਪਿਆਸਾ ਰੱਖ ਸਕਦਾ, ਆਪਣੇ ਢਿੱਡੋਂ ਜੰਮੇ ਹੋਏ ਪੁੱਤਰ ਨੂੰ, ਤੇ ਉਹ ਗੁਰੂ ਘਰ ਦਾ ਹਾਮੀ ਕਿੱਥੋਂ ਭਰੇਗਾ? ਚੰਦੂ ਦੁਸ਼ਟ ਨੇ ਉਹਨੇ ਪੂਰੀ ਖੁੱਲ੍ਹ ਦਿੱਤੀ ਹੋਈ ਸੀ। ਹੁਣ ਦੁਸ਼ਟ ਚੰਦੂ ਨੇ ਆਪਣੇ ਅਹਿਲਕਾਰਾਂ ਨੂੰ ਆਗਿਆ ਕਰ ਦਿੱਤੀ ਹੈ, ਦੇਗ ਦੇ ਵਿੱਚ ਪਾਣੀ ਸੁਲਗਣ ਲੱਗ ਪਿਆ,
ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਿਠਾਉਣ ਵਾਸਤੇ ਇਸ਼ਾਰਾ ਕਰਦੇ ਨੇ। ਸਮਧਾ ਬਾਰ ਬਾਰ ਤਪਤਾਇਓ, ਸਮਧਾ ਬਾਰ-ਬਾਰ ਤਪਤਾਇਓ, ਤੇ ਪਾਣੀ ਨੂੰ ਉਬਾਲਣ ਵਾਸਤੇ ਦੇਗ ਦੇ ਵਿੱਚ ਥੱਲੇ ਬੜੀ ਭਿਆਨਕ ਬੜੇ ਬੜੇ ਪਹਾੜੇ ਲੱਕੜਾਂ ਦੇ ਮੁੱਢੇ ਡਾਉਣੇ ਸ਼ੁਰੂ ਕਰ ਦਿੱਤੇ ਆ। ਸਮਧਾ ਬਾਲਣ ਨੂੰ ਕਹਿੰਦੇ ਨੇ ਜੀ। ਬਾਰ ਬਾਰ ਲਿਹੁ ਮਾਨ ਸੁਨਾਇਓ, ਤੇ ਵਾਰ-ਵਾਰ ਇਹ ਗੱਲ ਜਿਹੜਾ ਹੈ ਉਹ ਸੁਣਾ ਰਿਹਾ ਹੈ ਆਪਣੇ ਅਹਿਲਕਾਰਾਂ ਨੂੰ। ਸੁਨ ਸਤਿਗੁਰ ਕੁਛ ਹਿਰਦੈ ਨ ਆਨੀ, ਤੇ ਸਤਿਗੁਰੂ ਜੀ ਨੂੰ ਬੋਲ ਕੇ ਬੜੇ ਮਾੜੇ ਚੰਗੇ ਬੋਲ ਚੰਦੂ ਦੁਸ਼ਟ ਬੋਲ ਰਿਹਾ, ਤੇ ਸਤਿਗੁਰੂ ਜੀ ਬੜੇ ਖੜੇ ਮਿੱਥੇ ਮੱਥੇ ਜਿਹੜੇ ਨੇ ਉਹਦੇ ਦੁਸ਼ਟ ਚੰਦੂ ਦੇ ਬੋਲ ਸੁਣ ਰਹੇ ਨੇ। ਆਪਣੇ ਹਿਰਦੇ ਦੇ ਵਿੱਚ ਰੰਚਕ ਮਾਤਰ ਵੀ ਸਤਿਗੁਰੂ ਜੀ ਵਿਰੋਧਾਭਾਸ ਵੈਰ ਵਾਲਾ ਭਾਵ ਇਹ ਜਗਾ ਨਹੀਂ ਰਹੇ। ਚਿਤੈ ਸ਼ਰਾਪ ਕਾਨਾ ਬ੍ਰਹਮ ਗਿਆਨੀ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੁਣ ਚੰਦੂ ਇੱਕ ਗੱਲ ਕਹਿੰਦਾ। ਇੱਥੇ ਮੈਂ ਇੱਕ ਖਿੰਨ ਤੁਹਾਡਾ ਲੈਣ ਲੱਗਾ। ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਕਾਨੇ ਬ੍ਰਹਮ ਗਿਆਨੀ ਦੀ ਗੱਲ ਕਹੀ ਹੈ। ਚੰਦੂ, ਇਹ ਚੰਦੂ ਆਪਣੀ ਜ਼ੁਬਾਨ ਤੋਂ ਕਹਿ ਰਿਹਾ। ਕਾਨਾ ਉਹੀ ਹੈ ਸਾਧ ਸੰਗਤ ਜੀ, ਜਦੋਂ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਰਾਮਸਰ ਸਾਹਿਬ ਜੀ ਦੇ ਸਥਾਨ ਦੇ ਉੱਪਰ ਬਾਣੀ ਦੀ ਇਕੱਤਰਤਾ ਕਰ ਰਹੇ ਸੀ, ਸ਼੍ਰੀ ਆਦਿ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕਰ ਰਹੇ ਸੀ, ਤੇ ਲਾਹੌਰ ਤੋਂ ਚੱਲ ਕੇ ਜਿਹੜੇ ਭਗਤ ਆਏ ਸੀ ਛੱਜੂ, ਪੀਲੂ, ਕਾਨਾ ਤੇ ਸ਼ਾਹ ਹੁਸੈਨ ਵਰਗੇ, ਉਹ ਸਾਰੇ ਆਪਣੀ ਬਾਣੀ ਦਰਜ ਕਰਾਉਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਸ਼੍ਰੀ ਅੰਮ੍ਰਿਤਸਰ ਸਾਹਿਬ ਆਏ ਸੀ। ਉਹਨਾਂ ਦੀ ਬਾਣੀ ਗੁਰਮਤਿ ਸਿਧਾਂਤ ਗੁਰਮਤਿ ਕਸਵੱਟੀ ਦੇ ਅਨੁਕੂਲ ਨਹੀਂ ਸੀ। ਕੁਝ ਹੰਕਾਰ ਭਲੇ ਬੋਲ ਸਨ। ਸਾਰੇ ਨੇ ਆਪੋ ਆਪਣੀ ਬਾਣੀ ਜਿਹੜੀ ਸੀ ਵਾਰ-ਵਾਰ ਸੁਣਾਈ। ਕਾਨੇ ਦੀ ਵਾਰੀ ਆਈ, ਇਹਨੇ ਆਪਣੀ ਬਾਣੀ ਸੁਣਾਈ, ਤੇ ਬੜੇ ਅਹੰਕਾਰ ਭਰੇ ਬੋਲ ਉਸਨੇ ਆਪਣੀ ਬਾਣੀ ਦੇ ਵਿੱਚ ਆਪਣੇ ਲਫ਼ਜ਼ਾਂ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹੇ। ਤੇ ਸਤਿਗੁਰੂ ਜੀ ਨੇ ਕਿਹਾ ਵੀ ਤੁਹਾਡੀ ਬਾਣੀ ਗੁਰਮਤਿ ਦੇ ਅਨੁਕੂਲ ਨਹੀਂ ਹੈ, ਗੁਰਮਤਿ ਆਸ਼ੇ ਅਨੁਕੂਲ ਨਹੀਂ ਹੈ। ਜਵਾਬ ਦੇ ਦਿੱਤਾ। ਬਾਕੀ ਭਗਤ ਤੇ ਚੁੱਪ ਰਹੇ, ਪਰ ਕਾਨੇ ਬਹੁਤ ਅੱਗ ਲੱਗੀ। ਸਤਿਗੁਰੂ ਗੁਰ ਇਤਿਹਾਸ ਦੇ ਕਈ ਗ੍ਰੰਥਾਂ ਵਿੱਚ ਆਉਂਦਾ, ਬੜਾ ਬੁਰਾ ਭਲਾ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਬੋਲਣਾ ਸ਼ੁਰੂ ਕਰ ਦਿੱਤਾ। ਇਹ ਵੀ ਕਿਹਾ ਵੀ ਮੈਂ ਇੱਕ ਬੜਾ ਦਸਮ ਦੁਆਰ ਦਾ ਅਭਿਆਸੀ ਹਾਂ, ਜੋਗੀ ਹਾਂ, ਮੈਨੂੰ ਬੜੀ ਵੱਡੀ ਪ੍ਰਾਪਤੀ ਹੈ, ਮੈਂ ਤੁਹਾਨੂੰ ਸ਼ਰਾਪ ਦੇ ਦੇਵਾਂਗਾ। ਮਹਾਰਾਜ ਜੀ ਮੁਸਕਰਾਉਂਦੇ ਰਹੇ, ਬੋਲੇ ਨਹੀਂ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦਾ ਵੀ ਮੈਨੂੰ ਤੁਹਾਡਾ ਸਮਾਂ ਬੜਾ ਭਿਆਨਕ ਦਿਸ ਰਿਹਾ। ਤੇ ਮਹਾਰਾਜ ਜੀ ਮੁਸਕਰਾਏ, ਤੇ ਮੁਸਕਰਾ ਕੇ ਕਹਿੰਦੇ ਵੀ ਕਾਨਾ ਜੀ ਮੇਰਾ ਤੇ ਦਿਸ ਰਿਹਾ, ਤੁਸੀਂ ਆਪਣਾ ਵੇਖਣ ਦਾ ਯਤਨ ਕਰੋ। ਇਹ ਉਹੀ ਕਾਨਾ ਹੈ ਜਿਹੜਾ ਲਾਹੌਰ ਵੀ ਨਹੀਂ ਚੀ ਪਹੁੰਚ ਸਕਿਆ, ਘੋੜੇ ਦੀ ਰਕਾਬ ਵਿੱਚ ਪੈਰ ਅੜਨ ਕਰਕੇ ਰਸਤੇ ਵਿੱਚ ਹੀ ਇਹਦੀ ਮੌਤ ਹੋ ਗਈ, ਇਹਦੀ ਰਸਤੇ ਵਿੱਚ ਹੀ ਸਮਾਧ ਬਣੀ ਹੋਈ ਹੈ। ਤੇ ਚੰਦੂ ਕਹਿ ਰਿਹਾ ਵੀ ਤੁਹਾਨੂੰ ਬ੍ਰਹਮ ਗਿਆਨੀ ਕਾਨੇ ਨੇ ਸ਼ਰਾਪ ਦਿੱਤਾ ਹੋਇਆ। ਮਹਾਰਾਜ ਜੀ ਫੇਰ ਮੁਸਕਰਾ ਰਹੇ ਨੇ। ਕਹਿਓ ਬਾਕ ਹਮਕੋ ਡਰ ਪਾਵੈ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਵੇਖ ਕੇ ਵਾਰ-ਵਾਰ ਵਾਕ ਕਰਦਾ ਹੈ, ਆਪਣੇ ਮੂੰਹ ਤੋਂ ਕਹਿੰਦਾ, ਡਰਾਉਣ ਦਾ ਯਤਨ ਕਰਦਾ ਹੈ। ਜਿਮ ਪੂਰਬ ਤਿਮ ਹੀ ਬਨ ਆਵੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਕਹਿੰਦਾ ਨਾ ਵੀ ਤੁਹਾਨੂੰ ਸ਼ਰਾਪ ਮਿਲਿਆ ਹੋਇਆ ਦੁਸ਼ਟ ਚੰਦੂ, ਤੇ ਮਹਾਰਾਜ ਜੀ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਦਾ ਹੱਥ ਹੁਕਮ ਹੈ ਨਾ, ਜਰਾ ਮਰਾ ਤਾਪ ਸਾਪ ਸਿਰਤ ਸਾਬ ਸਭ ਹਰਕੈ ਵਸ ਹੈ, ਲਾਗ ਨਾ ਸਕੈ ਬਿਨ ਹਰਕਾ ਲਾਇਆ। ਵੀ ਜਿਵੇਂ ਵਾਰ ਸ਼ਰਾਪਾਂ ਦੇ ਨਾਲ ਹੀ ਕਿਸੇ ਦੇ ਪ੍ਰਾਣ ਹਰ ਲੈ ਜਾਣ, ਫਿਰ ਤੇ ਜਿਹੜਾ ਕਿਸੇ ਨੂੰ ਚੰਗਾ ਨਾ ਲੱਗੇ ਉਹਨੂੰ ਤੇ ਚੰਗੇ ਜਿਹੜੇ ਦਾਨਸ਼ਮੰਦ ਲੋਕ ਨੇ ਸ਼ਰਾਪ ਦੇ ਕੇ ਭਸਮ ਕਰ ਦਿਆ ਕਰਨ। ਮਹਾਰਾਜ ਨੇ ਕਿਹਾ ਬਾਣੀ ਦਾ ਫੁਰਮਾਨ ਹੈ, ਜੋ ਕੁਝ ਪਰਮੇਸ਼ਰ ਦਾ ਹੁਕਮ ਹੈ, ਕਰਤਾਰ ਦੀ ਰਜ਼ਾ ਹੈ, ਜੋ ਲੇਖਾਂ ਦੇ ਵਿੱਚ ਲਿਖਿਆ ਹੋਇਆ ਹੈ, ਅਸੀਂ ਉਸ ਵਾਹਿਗੁਰੂ ਦੇ ਹੁਕਮ ਨੂੰ ਭਾਣੇ ਵਿੱਚ ਰਹਿ ਕੇ ਮੰਨਣਾ ਹੈ। ਜਿਵੇਂ ਪੂਰਬ ਸਾਡਾ ਲਿਖਿਆ ਹੋਇਆ ਹੈ ਉਸੇ ਤਰ੍ਹਾਂ ਹੀ ਹੋ ਕੇ ਰਹਿਣਾ ਹੈ। ਨਹਿ ਤਵ ਦੁਹਿਤਾ ਲੇ ਕਬ ਨਾਤਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੁਸ਼ਟ ਚੰਦੂ ਕਹਿੰਦਾ ਵੀ ਤੁਸੀਂ ਮੇਰਾ ਨਾਤਾ ਨਹੀਂ ਨਾ ਪ੍ਰਵਾਨ ਕੀਤਾ, ਨਾ ਮੈਂ ਤੁਹਾਨੂੰ ਕਸ਼ਟ ਦੇ ਰਿਹਾ। ਮਹਾਰਾਜ ਜੀ ਕਹਿੰਦੇ ਨਾ ਤੇਰਾ ਨਾਤਾ ਉਦੋਂ ਪ੍ਰਵਾਨ ਕੀਤਾ ਸੀ, ਨਾਤਾ ਅਸੀਂ ਨਹੀਂ ਸੀ ਮੋੜਿਆ। ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 6ਵੇਂ ਪਾਤਸ਼ਾਹ ਜੀ ਨੂੰ ਦੀਵਾਨ ਚੰਦੂ ਦਾ ਧੀ ਦਾ ਰਿਸ਼ਤਾ ਇੱਥੇ ਆਇਆ ਸੀ, ਤੇ ਇੱਥੋਂ ਜਦੋਂ ਲਾਗੀ ਮੁੜ ਕੇ ਗਏ ਸੀ, ਉਹਨੇ ਕਿਹਾ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ। ਜਦੋਂ ਗੁਰੂ ਸੰਗਤ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਮਹਾਰਾਜ ਜੀ ਨੇ ਕਿਹਾ, ਮਹਾਰਾਜ ਨੂੰ ਸੰਗਤਾਂ ਆ ਕੇ ਕਹਿੰਦੀਆਂ, ਮਹਾਰਾਜ ਜੀ ਚੰਦੂ ਨੇ ਗੁਰੂ ਘਰ ਨੂੰ ਮੋਰੀ ਕਿਹਾ, ਆਪਣੇ ਆਪ ਨੂੰ ਚੁਬਾਰਾ ਕਿਹਾ, ਹੰਕਾਰ ਦੇ ਵਿੱਚ ਆ ਕੇ ਮਸਤ ਹੋ ਗਿਆ, ਅਸੀਂ ਉਸ ਦਾ ਨਾਤਾ ਨਹੀਂ ਪ੍ਰਵਾਨ ਕਰਦਾ। ਮਹਾਰਾਜ ਜੀ ਨੇ ਗੁਰੂ ਸੰਗਤ ਦਾ ਹੁਕਮ ਜਿਹੜਾ ਸੀ ਉਹਨੂੰ ਪ੍ਰਵਾਨ ਕੀਤਾ ਤੇ ਜਵਾਬ ਦੇ ਦਿੱਤਾ। ਮਹਾਰਾਜ ਜੀ ਕਹਿੰਦੇ ਨਾਤਾ ਉਦੋਂ ਵੀ ਨਹੀਂ ਪ੍ਰਵਾਨ ਕੀਤਾ ਸੀ
ਤੇ ਹੁਣ ਵੀ ਗੁਰੂ ਸੰਗਤ ਦਾ ਹੁਕਮ ਉਸੇ ਤਰ੍ਹਾਂ ਵਰਤ ਰਿਹਾ, ਪ੍ਰਵਾਨ ਨਹੀਂ ਕਰਾਂਗੇ। ਚਿਤ ਜੇ ਚਹਿਤ ਪ੍ਰਾਨ ਕਰ ਘਾਤਾ। ਜਿਵੇਂ ਤੇਰੇ ਚਿੱਤ ਦੇ ਵਿੱਚ ਆ ਰਿਹਾ, ਜੋ ਤੂੰ ਕਰਨਾ ਚਾਹੁੰਦਾ ਹੈ ਉਹ ਆਪਣੀ ਰੀਝ ਪੂਰੀ ਕਰ ਲੈ। ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਚੰਦੂ ਨੂੰ ਕਹਿ ਰਹੇ ਨੇ। ਜਿਤੀ ਅਵਗਿਆ ਕਰੈ ਦੁਖਾਵੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਇਕਾਂਤ 'ਚ ਧੋ ਕੇ ਦੀਵਾਨ ਚੰਦੂ ਨੂੰ ਇੱਕ ਗੱਲ ਕਹਿੰਦੇ ਨੇ। ਜਦੋਂ ਬਹੁਤਾ ਬੋਲੀ ਗਿਆ, ਕਈ ਵਾਰ ਇਨਸਾਨ ਅਹੰਕਾਰ ਦੇ ਵਿੱਚ ਮਸਤ ਹੋ ਕੇ ਜਦੋਂ ਕ੍ਰੋਧ ਦੀ ਪੌੜੀ ਚੜ੍ਹਿਆ ਹੁੰਦਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਹਿਸਕ੍ਰਿਤੀ ਦੇ ਵਿੱਚ ਬਿਆਨ ਕਰਦੇ ਨੇ, ਹੇ ਕਲ ਮੂਲ ਕਰੋਦੰ ਕਦੰਚ ਕਰੁਣਾ ਨਾ ਉਪਰਜਤੇ। ਇਨਸਾਨ ਇਨਸਾਨ ਦੇ ਉੱਪਰ ਜਦੋਂ ਕ੍ਰੋਧ ਹਾਵੀ ਹੋ ਜਾਂਦਾ, ਫਿਰ ਉਹ ਬੜੇ ਮਾੜੇ ਚੰਗੇ ਬੋਲੀ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ ਕ੍ਰੋਧ ਦੇ ਵਹਿਣ ਦੇ ਵਿੱਚ ਵੀ ਮੈਂ ਕੀ ਬੋਲੀ ਜਾ ਰਿਹਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਚੰਦੂ ਵਾਰ-ਵਾਰ ਕ੍ਰੋਧ ਭਰੇ ਬੋਲ ਰਿਹਾ, ਮੈਂ ਤੁਹਾਡੇ ਪ੍ਰਾਣ ਹਰ ਲਵਾਂਗਾ, ਮੈਂ ਇਸ ਤਰ੍ਹਾਂ ਕਰ ਦੇਵਾਂਗਾ, ਆਹ ਕਸ਼ਟ ਦੇਵਾਂਗਾ, ਤੇ ਮਹਾਰਾਜ ਜੀ ਰਹਿਮਤ ਦੇ ਘਰ ਦੇ ਵਿੱਚ ਆ ਕੇ ਭਾਣੇ ਵਿੱਚ ਰਹਿ ਕੇ ਚੰਦੂ ਨੂੰ ਇੱਕ ਬੋਲ ਕਹਿੰਦੇ ਨੇ, ਐ ਚੰਦੂ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਹੀ ਕਰ, ਪਰ ਦਾਨਸ਼ਮੰਦ ਲੋਕ ਇਹ ਗੱਲ ਕਹਿੰਦੇ ਨੇ ਵੀ ਜਿਹੜਾ ਤੈਨੂੰ ਅੱਜ ਰੁਤਬਾ ਪ੍ਰਾਪਤ ਹੋਇਆ। ਸਾਡੇ ਹਿੰਦੁਸਤਾਨ ਦੇ ਵਿੱਚ ਪੁਰਾਣਾਂ ਦਾ ਇੱਕ ਕਥਨ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਮਹਾਰਾਜ ਜੀ ਨੇ ਉਹਨੂੰ ਸਹਿਸਕ੍ਰਿਤੀ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤਾ, ਦਾਨੰ ਭਰਾਪੂਰ ਬੇਣ ਪੁਚੰਤੇ ਮਹੀਪ ਤੇ ਵਿਪਰੀਤ ਬੁੱਧਿਅੰ ਮਾਰਤ ਲੋਕਹਿ ਨਾਨਕ ਚਿਰੰਕਾਲ ਦੁਖ ਭੋਗਤੇ। ਵੀ ਤੈਨੂੰ ਰੁਤਬਾ ਮਿਲ ਗਿਆ, ਚੰਗੀ ਬਾਦਸ਼ਾਹਤ ਮਿਲ ਗਈ, ਨੌਕਰ ਚਾਕਰ ਮਿਲ ਗਏ, ਅੱਗੇ ਪਿੱਛੇ ਚੱਲਣ ਵਾਲੇ ਤੈਨੂੰ ਲੋਕ ਮਿਲ ਗਏ, ਪਰ ਇੰਨਾ ਰੁਤਬਾ ਪਾ ਕੇ ਵੀ ਤੂੰ ਲੋਕਾਂ ਨੂੰ ਕਸ਼ਟ ਦੇ ਰਿਹਾ, ਲੋਕਾਂ ਦੇ ਉੱਪਰ ਤਸ਼ੱਦਦ ਢਾ ਰਿਹਾ, ਜ਼ੁਲਮ ਕਰ ਰਿਹਾ। ਤੇ ਇੱਕ ਗੱਲ ਯਾਦ ਰੱਖੀ, ਅੰਤ ਜਿਹੜੀ ਅੱਤ ਚੁੱਕੀ ਹੁੰਦੀ ਹੈ ਉਹਦਾ ਅੰਤ ਬੜਾ ਭਿਆਨਕ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਵੀ ਤੂੰ ਸਾਨੂੰ ਸਮਾਪਤ ਕਰਨ ਦਾ, ਖਤਮ ਕਰਨ ਦਾ, ਪ੍ਰਾਣ ਸਾਡੇ ਹਰਨ ਦਾ ਯਤਨ ਕਰ ਰਿਹਾ, ਤੇਰਾ ਅੰਤ ਵੀ ਬੜਾ ਭਿਆਨਕ ਹੋਵੇਗਾ। ਤਿਤੋ ਅੰਤ ਦੁਖ ਲਹਿ ਪਛਤਾਵੈ। ਜਿੰਨਾ ਦੁੱਖ ਤੂੰ ਸਾਨੂੰ ਦੇਣ ਦਾ ਯਤਨ ਕਰੇਗਾ ਉਹ ਤੋਂ ਕਿਤੇ ਵੱਧ ਗੁਣਾ ਤੈਨੂੰ ਦੁੱਖ ਪ੍ਰਾਪਤ ਹੋਣਗੇ ਤੇਰੇ ਜੀਵਨ ਦੇ ਅੰਦਰ, ਜਿਹੜਾ ਤੂੰ ਇਹ ਕੰਮ ਅਹੰਕਾਰ ਦੇ ਵਿੱਚ ਆ ਕੇ ਅੱਜ ਸ਼ੁਰੂ ਕੀਤਾ ਹੈ। ਕ੍ਰੋਧ ਬਸੀ ਹੋਈ ਜਿਮ ਅਗ ਕਰਤਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਕ੍ਰੋਧ ਬਸੀ, ਜਿਵੇਂ ਤੂੰ ਕ੍ਰੋਧ ਦੇ ਵਸ ਹੋ ਕੇ ਕਰ ਰਿਹਾ ਨਾ ਅੱਜ ਸਾਰਾ ਕੁਝ, ਪਰ ਇਹ ਨਰਕ ਜਮ ਫਾਸੀ ਧਰਤਾ। ਮਹਾਰਾਜ ਜੀ ਕਹਿੰਦੇ, ਵਿਪਰੀਤ ਬੁੱਧਿਅੰ ਮਾਰਤ ਲੋਕੈ ਨਾਨਕ ਚਿਰੰਕਾਲ ਦੁਖ ਭੋਗਤੇ। ਜੰਮ ਫਾਸੀ ਧਰਤਾ, ਅਖੀਰ ਨੂੰ ਤੂੰ ਜਮਾਂ ਦੀ ਫਾਹੀ ਵਿੱਚ ਹੀ ਪੈ ਕੇ ਮਰਨਾ ਹੈ। ਕਹਿ ਚੰਦੂ ਅਬ ਗਿਆਨ ਸੁਨਾਵਤ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਚੰਦੂ ਹੰਦ ਕਹਿੰਦਾ ਵੀ ਹੁਣ ਤੁਹਾਡਾ ਗਿਆਨ ਸੁਣਾਉਣ ਦਾ ਵੇਲਾ ਨਹੀਂ। ਮਹਾਰਾਜ ਜੀ ਤੈਨੂੰ ਪ੍ਰੇਮ ਭਰੇ ਬੋਲ ਸੁਣਾ ਰਹੇ ਵੀ ਚੰਦੂ ਤੂੰ ਬੜੇ ਖਰਵੇ ਬੋਲ ਰਿਹਾ। ਇਹ ਬੋਲ ਜਿਹੜੇ ਨੇ ਅੰਤ ਨੂੰ ਦੁਖਦਾਈ ਦਿੰਦੇ ਨੇ। ਜਿਹੜਾ ਜ਼ੁਬਾਨ ਤੋਂ ਇੱਕ ਇੱਕ ਬੋਲਿਆ ਹੋਇਆ ਬੋਲ, ਉਹਦਾ ਫਲ ਭੁਗਤਣਾ ਪੈਂਦਾ ਹੈ। ਮਹਾਭਾਰਤ ਦਾ ਯੁੱਧ ਇੱਕ ਨਿੱਕੇ ਜਿਹੇ ਬੋਲ ਤੋਂ ਏਡੇ ਵੱਡੇ ਰੂਪ ਦੇ ਵਿੱਚ ਹੋ ਗਿਆ। ਜਿਹੜਾ ਅਸੀਂ ਇਹੀ ਕਿਹਾ ਸੀ ਨਾ ਵੀ ਅੰਧੇ ਕੇ ਅੰਧੇ ਰਹੇ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਜਿਹੜੇ ਕ੍ਰੋਧ ਦੇ ਵਸ ਤੋਂ ਬੋਲ ਰਿਹਾ, ਅੰਤ ਨੂੰ ਤੈਨੂੰ ਜਮਾਂ ਦੀ ਫਾਹੀ ਪੈਣੀ ਹੈ। ਕੂਕਰ ਕਹਿਓ ਨਾ ਤਬ ਡਰ ਪਾਵਤ। ਤੇ ਅੱਗੋਂ ਪੁੱਠਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੋਲਦਾ ਹੈ। ਤੇ ਮਹਾਰਾਜ ਜੀ ਨੂੰ ਕੀ ਬੋਲਦਾ ਵੀ ਕੂਕਰ ਕਹਿਓ, ਜਦੋਂ ਤੁਸੀਂ ਮੈਨੂੰ ਕੁੱਤਾ ਕਿਹਾ ਸੀ ਤੇ ਉਦੋਂ ਤੁਹਾਨੂੰ ਡਰ ਨਹੀਂ ਲੱਗਾ। ਸਾਧ ਸੰਗਤ ਜੀ, ਜਦੋਂ ਚੰਦੂ ਦੀ ਲੜਕੀ ਦਾ ਨਾਤਾ ਸ਼੍ਰੀ ਅੰਮ੍ਰਿਤਸਰ ਸਾਹਿਬ ਆਇਆ ਸੀ, ਗੁਰੂ ਘਰ ਨੂੰ ਜਦੋਂ ਮੋਹਰੀ ਕਹਿਤਾ, ਤੇ ਇੱਕ ਮਸਤ ਮੌਲਾ ਸਿੱਖ ਸੀ, ਉਹਨੇ ਕਿਹਾ ਵੀ ਅਸੀਂ ਕੁੱਤੇ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਤੇ ਚੰਦੂ ਹੁਣ ਉਹੀ ਗੱਲ ਯਾਦ ਕਰਾ ਰਿਹਾ ਗੁਰੂ ਅਰਜਨ ਦੇਵ ਮਹਾਰਾਜ ਨੂੰ, ਤੁਸੀਂ ਮੈਨੂੰ ਕੁੱਤਾ ਕਿਹਾ। ਮਹਾਰਾਜ ਜੀ ਮੁਸਕਰਾਏ, ਕਹਿੰਦੇ ਵੀ ਸਾਡਾ ਸੁਭਾਅ ਐਸਾ ਨਹੀਂ, ਸਾਡਾ ਸੁਭਾਅ ਐਸਾ ਨਹੀਂ ਸੀ, ਸ਼ੁਰੂ ਤੋਂ ਲੈ ਕੇ ਕਦੇ ਵੀ ਖਰਵਾ ਬੋਲ ਕਿਸੇ ਦੇ ਨਾਲ ਸਾਂਝਾ ਨਹੀਂ ਕੀਤਾ। ਹਾਂ, ਜੇ ਸਾਡੇ ਸਿੱਖ ਨੇ ਸਾਂਝਾ ਕੀਤਾ ਹੋਏ, ਉਹਨੇ ਕਿਹਾ ਹੋਏਗਾ ਤੇ ਅਸੀਂ ਪ੍ਰਵਾਨ ਕਰਦੇ ਹਾਂ। ਕਹਿੰਦਾ ਉਦੋਂ ਡਰ ਨਹੀਂ ਲੱਗਾ। ਚੰਦੂ ਉਲਟਾ ਸਤਿਗੁਰੂ ਜੀ ਨੂੰ ਕਹਿ ਰਿਹਾ ਹੈ, ਤਿਸ ਕੋ ਫਲ ਅਬ ਲਿਹੋ ਮਹਾਨਾ। ਸਤਿਗੁਰੂ ਜੀ ਨੂੰ ਹੁਣ ਚੰਦੂ ਕਹਿੰਦਾ ਵੀ ਤਿਸ ਕੋ ਫਲ ਅਬ ਲਿਹੋ ਮਹਾਨਾ, ਮੈਂ ਤੁਹਾਨੂੰ ਉਸ ਕਹੀ ਗੋਏ ਹੋਈ ਗੱਲ ਦਾ ਫਲ ਦੇ ਰਿਹਾ ਹਾਂ। ਦੇਹੋ ਸਜਾਏ ਪ੍ਰਾਨ ਕਰ ਹਨ। ਮੈਂ ਹੁਣ ਇਹ ਗੱਲ ਨੂੰ ਪੂਰਾ ਕਰਨ ਵਾਸਤੇ ਤੁਹਾਡੇ ਪ੍ਰਾਣ ਲਵਾਂਗਾ। ਮੈਂ ਇਸ ਬਚਨ ਨੂੰ ਪੂਰਾ ਕਰਨ ਵਾਸਤੇ ਵੀ ਤੁਸੀਂ ਮੈਨੂੰ ਕੁੱਤਾ ਕਿਹਾ। ਮਹਾਰਾਜ ਜੀ ਫਿਰ ਮੁਸਕਰਾ ਰਹੇ ਨੇ,
ਵੀ ਮੈਂ ਤੁਹਾਡੇ ਪ੍ਰਾਣ ਹਰ ਲਵਾਂਗਾ। ਇਹਨਾਂ ਹੰਕਾਰ ਦੇ ਵਿੱਚ ਚੰਦੂ ਮਸਤ ਹੋਇਆ, ਸਤਿਗੁਰੂ ਜੀ ਨੂੰ ਕਹਿ ਰਿਹਾ ਕਰੜੇ ਬੋਲ। ਗੁਰੂ ਭਨਿਓ ਜੇ ਨਹਿ ਤਬ ਕਹਿਓ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਚੰਦੂ ਤੈਨੂੰ ਅਸੀਂ ਪਹਿਲਾਂ ਇੱਕ ਗੱਲ ਕਹਿ ਦਿੱਤੀ, ਸਾਡਾ ਇਹ ਬਿਰਧ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਨੇ ਸਿੱਖੀ ਦਾ ਗੁਣ ਹੀ ਇਹ ਸਮਝਾਇਆ ਹੈ ਵੀ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਵੀ ਜਿਹੜਾ ਫਿੱਕਾ ਬੋਲ ਵਿਗੁਚਣਾ, ਜਿਹੜਾ ਫਿੱਕਾ ਬੋਲ ਬੋਲਦਾ ਉਹਦਾ ਤਨ ਵੀ ਫਿੱਕਾ ਹੋ ਜਾਂਦਾ, ਮਨ ਵੀ ਫਿੱਕਾ ਹੋ ਜਾਂਦਾ, ਆਤਮਾ ਦਾ ਰਸ ਵੀ ਚਲਾ ਜਾਂਦਾ। ਤੇ ਜੇ ਅਸੀਂ ਤੈਨੂੰ ਉਦੋਂ ਫਿੱਕਾ ਬੋਲ ਨਹੀਂ ਬੋਲਿਆ ਤੇ ਹੁਣ ਵੀ ਫਿੱਕਾ ਬੋਲ ਆਪਣੀ ਜ਼ੁਬਾਨ ਤੋਂ ਤੈਨੂੰ ਨਹੀਂ ਬੋਲਾਂਗੇ। ਤਉ ਕਹਿਓ ਜੈਸੇ ਕਰ ਚਾਹਿਓ। ਜਿਵੇਂ ਤੈਨੂੰ ਚੰਗਾ ਲੱਗਦਾ। ਜੇ ਉਦੋਂ ਕਿਸੇ ਸਿੱਖ ਨੇ ਕਿਹਾ ਹੋਇਆ ਤੇ ਅਸੀਂ ਸਿੱਖ ਦਾ ਵੀ ਆਪਣੀ ਝੋਲੀ ਦੇ ਵਿੱਚ ਪ੍ਰਵਾਨ ਕਰਦੇ, ਸਿੱਖ ਨੂੰ ਵੀ ਆਪਾਂ ਇਹ ਨਹੀਂ ਕਵਾਂਗੇ ਤੁਸੀਂ ਕਿਉਂ ਕਿਹਾ। ਜਿਵੇਂ ਤੈਨੂੰ ਚੰਦੂ ਚੰਗਾ ਲੱਗਦਾ ਤੂੰ ਵੀ ਪ੍ਰਵਾਨ ਕਰ ਲੈ। ਕਹਿ ਚਾਕਰ ਸੋ ਦੇਗ ਉਬਾਰੀ। ਹੁਣ ਚੰਦੂ ਕਹਿੰਦਾ ਗੱਲਾਂ ਦੇ ਵਿੱਚ ਕਿਉਂ ਲੱਗੇ ਹੋਏ, ਆਪਣੇ ਅਹਿਲਕਾਰਾਂ ਨੂੰ ਕਹਿੰਦੇ ਵੀ ਤੁਸੀਂ ਸਾਡੀਆਂ ਗੱਲਾਂ ਕਿਉਂ ਸੁਣ ਰਹੇ ਹੋ। ਆਪਣੇ ਨੌਕਰ ਸੇਵਕ ਚਾਕਰ ਨੂੰ ਚੰਦੂ ਇਹ ਗੱਲ ਕਹਿੰਦਾ ਵੀ ਤੁਸੀਂ ਅੱਗ ਬਾਲੋ ਦੇਗ ਦੇ ਥੱਲੇ ਜਲਦੀ ਜਲਦੀ। ਪਕੜੋ ਦੇਹੋ ਤਿਸੀ ਮਹਿ ਡਾਰੀ। ਤੇ ਜਲਦੀ ਜਲਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਕੜ ਕੇ ਦੇਗ ਦੇ ਵਿੱਚ ਬਿਠਾ ਦਵੋ। ਤਬ ਸਤਿਗੁਰ ਉਠ ਆਪੇ ਗਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਬਰਾਮਦੇ ਦੇ ਵਿੱਚੋਂ, ਜਿੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ ਸੀ, ਚੰਦੂ ਨੂੰ ਕਹਿੰਦੇ ਵੀ ਤੈਨੂੰ ਪਕੜਨ ਦੀ ਲੋੜ ਨਹੀਂ, ਅਸੀਂ ਆਪਣੇ ਆਪ ਹੀ ਦੇਗ ਵਿੱਚ ਜਾ ਕੇ ਬੈਠ ਜਾਵਾਂਗੇ। ਚੰਦੂ ਇਹ ਸਮਝ ਰਿਹਾ ਸੀ ਵੀ ਉਬਲਦੀ ਹੋਈ ਦੇਗ, ਮੱਚਦਾ ਹੋਇਆ ਧੂਆਂ ਤੇ ਉਬਲਦੇ ਹੋਏ ਪਾਣੀ ਨੂੰ ਵੇਖ ਕੇ ਸ਼ਾਇਦ ਇਹ ਆਪਣਾ ਵਿਚਾਰ ਬਦਲ ਲੈਣ, ਸ਼ਾਇਦ ਮੇਰੀ ਸ਼ਰ੍ਹਾ ਦੇ ਵਿੱਚ ਆ ਜਾਣ। ਜੋ ਮੈਂ ਕੁਝ ਇਹਨਾਂ ਦੇ ਅੱਗੇ ਮੰਗਾਂ ਰੱਖੀਆਂ, ਮੇਰੀਆਂ ਉਹ ਮੰਗਾਂ ਪ੍ਰਵਾਨ ਕਰ ਲੈਣ। ਤੇ ਵਾਰ-ਵਾਰ ਆਪਣੇ ਚਾਕਰਾਂ ਨੂੰ ਕਹਿ ਰਿਹਾ ਸੀ ਵੀ ਤੁਸੀਂ ਦੇਰ ਕਿਉਂ ਕਰ ਰਹੇ, ਇਹਨਾਂ ਨੂੰ ਪਕੜੋ, ਦੇਗ ਵਿੱਚ ਬਿਠਾ ਦਿਓ। ਤੇ ਮਹਾਰਾਜ ਜੀ ਕਹਿੰਦੇ ਤੁਹਾਨੂੰ ਅੱਗੇ ਆਉਣ ਦੀ ਲੋੜ ਨਹੀਂ। ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਵੇਂ ਦੇਗ ਵਿੱਚ ਬੈਠਣ ਲੱਗੇ ਨੇ। ਸਰਬੱਤ ਸੰਗਤ ਆਖੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਤਪਤ ਨੀਰ ਮਹਿ ਬੈਠਤ ਭਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਤਪਤ ਨੀਰ, ਦੇਗ ਵਿੱਚ ਪਾਣੀ ਉਬਾਲੇ ਖਾ ਰਿਹਾ ਤੇ ਚੌਂਕੜਾ ਮਾਰ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਉਬਲਦੇ ਪਾਣੀ ਵਿੱਚ ਐਂ ਬੈਠ ਗਏ। ਹਾਹਾਕਾਰ ਹੀਰ ਸਿੱਖ ਕਰੈ। ਤੇ ਦੂਸਰੇ ਪਾਸੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ 5 ਸਿੱਖ ਜਿਹੜੇ ਅੰਮ੍ਰਿਤਸਰ ਸਾਹਿਬ ਤੋਂ ਗਏ ਸੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਵੀ 5 ਸਿੱਖ ਗਏ ਨੇ। ਤੇ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸ਼ਹਾਦਤ ਦੇਣ ਦਿੱਲੀ ਵਾਸਤੇ ਗਏ ਨੇ, ਦਿੱਲੀ ਵਿਖੇ ਗਏ, ਉਦੋਂ ਵੀ 5 ਸਿੱਖ ਮਹਾਰਾਜ ਜੀ ਦੇ ਨਾਲ ਗਏ। ਹੁਣ ਉਹਨਾਂ 5 ਸਿੱਖਾਂ ਨੇ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੇਗ ਵੱਲ ਵਧਦਿਆਂ ਵੇਖਿਆ ਤੇ ਅਖੀਰ ਨੂੰ ਬੈਠਦਿਆਂ ਵੇਖਿਆ, ਇਹ 5 ਸਿੱਖ ਹਾਹਾਕਾਰ ਕਰਨ ਲੱਗ ਪਏ। ਉਠਿਓ ਪ੍ਰਾਣਾ ਸ਼ਕਤ ਨਾ ਜਰੈ। ਉਹਨਾਂ ਦੇ ਵਿੱਚੋਂ ਇੱਕ ਭਾਈ ਪਿਰਾਣਾ ਜੀ ਸੀ, ਜਿਹੜੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਨੰਨ ਸਿੱਖ ਸੀ। ਬੜਾ ਪ੍ਰੇਮ ਸੀ ਭਾਈ ਪਿਰਾਣਾ ਜੀ ਦਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ। ਹੁਣ ਭਾਈ ਪਿਰਾਣਾ ਜੀ ਦੇ ਕੋਲੋਂ ਇਹ ਚੀਜ਼ ਤੱਕੀ ਨਾ ਗਈ ਵੀ ਸਿੱਖ ਦੀਆਂ ਅੱਖਾਂ ਸਾਹਮਣੇ ਗੁਰੂ ਦੀ ਬੇਅਦਬੀ ਹੋ ਰਹੀ ਹੋਵੇ। ਸਤਸੰਗਤ ਜੀ, ਆਪਾਂ ਬੈਠੇ ਆ, ਜੇ ਆਪਣੇ ਬੈਠਿਆਂ ਕੋਈ ਆਪਣੇ ਇਸ਼ਟ ਦੇਵ ਦੇ ਉੱਪਰ ਉਂਗਲ ਚੁੱਕ ਕੇ ਬੇਅਦਬੀ ਕਰੇ ਤੇ ਸਿੱਖ ਦੇ ਕੋਲੋਂ ਜਰਿਆ ਨਹੀਂ ਜਾਂਦਾ। ਭਾਈ ਪਿਰਾਣਾ ਜੀ ਦੀ ਭਾਵਨਾ ਭੜਕ ਗਈ ਜਦੋਂ ਚੰਦੂ ਤੇ ਅਹਿਲਕਾਰ ਚਾਕਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਉਬਲਦੀ ਹੋਈ ਦੇਗ ਵਿੱਚ ਉਬਾਲਾ ਦੇਣ ਲੱਗੇ ਨੇ। ਭਾਈ ਪਿਰਾਣਾ ਜੀ ਉੱਠ ਕੇ ਖੜੇ ਹੋ ਗਏ। ਗੁਰਦਿਸ਼ ਚੱਲਿਓ ਕੇ ਲਾਉ ਉਬਾਰੀ। ਹੁਣ ਕੀ ਕਰਨ ਲੱਗੇ ਨੇ ਭਾਈ ਪਿਰਾਣਾ ਜੀ? ਭਾਈ ਪਿਰਾਣਾ ਜੀ ਉੱਠੇ, ਰੱਸਿਆਂ ਦੇ ਵਿੱਚ ਜਕੜੇ ਹੋਏ ਨੇ, ਹੱਥ ਘੜੀਆਂ ਪਿਛਲੇ ਪਾਸੇ ਹੱਥ ਬੱਝੇ ਨੇ। ਤੇ ਸਿੱਖ ਆਪਣੀ ਭਾਵਨਾ ਉਤਪੰਨ ਕਰਦਾ ਵੀ ਮੈਂ ਭੱਜ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਬਲਦੀ ਹੋਈ ਦੇਗ ਵਿੱਚੋਂ ਬਾਹਰ ਕੱਢ ਲੈਣਾ। ਇਹ ਭਾਈ ਪਿਰਾਣਾ ਜੀ ਆਪਣੀ ਭਾਵਨਾ ਪ੍ਰਗਟ ਕਰ ਰਹੇ ਨੇ। ਹਤੋਂ ਦੁਸ਼ਟ ਚੰਦੂ ਦੁਰਚਾਰੀ। ਤੇ ਜਦੋਂ ਭਾਈ ਪਿਰਾਣਾ ਜੀ ਨੂੰ ਉੱਠ ਕੇ ਜਾਂਦਿਆਂ ਹੋਇਆਂ ਵਧਦਿਆਂ ਹੋਇਆਂ ਦੇਗ ਵੱਲ ਵੇਖਿਆ ਤੇ ਹਤੋਂ ਦੁਸ਼ਟ ਚੰਦੂ ਨੇ ਕੀ ਕੀਤਾ, ਆਪਣੇ ਅਹਿਲਕਾਰਾਂ ਨੂੰ ਕਿਹਾ ਵੀ ਕੀ ਵੇਖ ਰਹੇ ਹੋ? ਇੰਨਾ ਪਹਿਰਾ ਲੱਗਾ ਹੋਵੇ, ਤੁਹਾਡੀ ਇੰਨੀ ਗਿਣਤੀ ਵੱਧ ਹੋਵੇ, ਚਿਰੀ ਵੀ ਫੜ ਨਾ ਮਾਰ ਸਕਦੀ ਹੋਵੇ ਤੇ ਇੱਕ ਸਿੱਖ ਉੱਠ ਕੇ ਦੇਗ ਵੱਲ ਉਗਾਂਹ ਵਧਿਆ ਹੋਵੇ, ਜੇ 5 ਉੱਠ ਪਏ ਤੇ ਫਿਰ ਅਸੀਂ ਇਹਨਾਂ ਨੂੰ ਰੋਕਾਂਗੇ ਕਿਵੇਂ? ਚਾਕਰੋ ਅਹਿਲਕਾਰੋ,
ਭਾਈ ਜਿਹੜਾ ਸਿੱਖ ਹੈ ਇਹ ਉੱਠਿਆ, ਇਹਨੂੰ ਹਟੋ, ਇਹਨੂੰ ਹਟਾਉਣ ਦਾ ਯਤਨ ਕਰੋ। ਤਬੇ ਸਿਪਾਹੀ ਗਹਿ ਕਰ ਸੋਟਾ। ਤਦ ਇੱਕ ਸਿਪਾਹੀ ਉੱਠਿਆ, ਉਹਨੇ ਆਪਣੇ ਹੱਥ ਦੇ ਵਿੱਚ ਮੋਟਾ ਸੋਟਾ ਪਕੜਿਆ ਹੋਇਆ ਸੀ, ਬਰਸ਼ਾ ਨੇਜਾ ਪਕੜਿਆ ਹੋਇਆ ਸੀ। ਉਹ ਸੋਟਾ ਲੈ ਕੇ ਭਾਈ ਪਿਰਾਣਾ ਜੀ ਜਿਹੜੇ ਅਗਾਂਹ ਵੱਧ ਰਹੇ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ, ਉਹਨਾਂ ਨੂੰ ਪਿਛਾਂ ਸੁੱਟਣ ਦਾ ਯਤਨ ਕਰਦਾ ਹੈ। ਦੋਏ ਤ੍ਰੈ ਹਤੇ ਜਾਤ ਕੋ ਹੋਟਾ। ਤੇ ਕਵੀ ਮਹਾਕਵੀ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ ਵੀ ਉਹ ਚਾਕਰ ਜਿਹੜਾ ਹੈ ਜਦੋਂ ਭਾਈ ਪਿਰਾਣਾ ਜੀ ਨੂੰ ਵਾਧਿਆਂ ਹੋਇਆ ਵੇਖਿਆ, ਪਿਛਲੇ ਪਾਸੇ ਸਿੱਖ ਦੇ ਹੱਥ ਬੱਧੇ ਹੋਏ ਸੀ ਤੇ 2-3 ਸੋਟੇ ਜਿਹੜੇ ਸੀ ਹਤੇ ਉਹਨੇ ਭਾਈ ਪਿਰਾਣਾ ਜੀ ਦੇ ਮਾਰ ਦਿੱਤੇ ਹਨ। ਸਤਿਗੁਰ ਕਹਿਓ ਨਾ ਆਵੋ ਤੀਰ। ਜਦੋਂ ਭਾਈ ਪਿਰਾਣਾ ਜੀ ਦੀ ਇਹ ਹਾਲਤ ਵੇਖੀ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਹੜੇ ਦੇਗ ਵਿੱਚ ਉਬਾਲੇ ਖਾ ਰਹੇ, ਨੇਤਰ ਬੰਦ ਸੀ ਤੇ ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਦਾ ਉਚਾਰਨ ਕਰ ਰਹੇ ਸੀ ਤੇ ਨੇਤਰ ਖੋਲ ਕੇ ਕੀ ਵੇਖਦੇ ਨੇ ਵੀ ਭਾਈ ਪਿਰਾਣਾ ਜੀ ਅਗਾਂਹ ਆ ਰਹੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਭਾਈ ਪਿਰਾਣਾ ਜੀ ਨੂੰ ਕਹਿੰਦੇ, ਭਾਈ ਪਿਰਾਣਾ ਜੀ ਪਰਮੇਸ਼ਰ ਦੇ ਭਾਣੇ ਵਿੱਚ ਰਹੋ। ਹੁਣ ਵੇਖੋ ਗੁਰੂ ਕਸ਼ਟ ਸਹਾਰ ਰਿਹਾ ਤੇ ਸਿੱਖ ਨੂੰ ਉਦੋਂ ਵੀ ਕੀ ਉਪਦੇਸ਼ ਦੇ ਰਿਹਾ। ਸਾਧ ਸੰਗਤ ਜੀਓ, ਜੇ ਸਾਡੇ ਖਾਲਸਾ ਰਾਜ ਦੇ ਵਿੱਚ, ਖਾਲਸਾ ਕੌਮ ਦੇ ਵਿੱਚ ਅੱਜ ਇੰਨੀ ਚੜ੍ਹਦੀ ਕਲਾ ਹੈ, ਉਹ ਇਸ ਕਰਕੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਭਾਣੇ ਦੇ ਵਿੱਚ ਰਹਿਣ ਦੀ ਜਾਚ ਸਿਖਾਈ ਹੈ। ਆ ਗੁਰੂ ਕੇ ਬਾਗ ਦਾ ਆਪਾਂ ਸ਼ਤਾਬਦੀ ਹੁਣੇ ਮਨਾ ਕੇ ਆਏ ਹਾਂ। ਇੱਕ ਪਾਸੇ ਬੀਟੀ ਦੀਆਂ ਡਾਂਗਾਂ ਵਰ ਰਹੀਆਂ ਨੇ, ਦੂਸਰੇ ਪਾਸੇ ਨਿਹੱਥੇ ਸਿੱਖ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸ਼ਾਂਤੀ ਦੇ ਵਿੱਚ ਰਹਿ ਕੇ ਡਾਂਗਾ ਸਹਾਰ ਰਹੇ ਨੇ ਵੀ ਸਾਡੀ ਖਾਲਸਾ ਕੌਮ ਦਾ ਇਹ ਹੁਕਮ ਹੈ, ਪੰਥ ਦਾ ਇਹ ਹੁਕਮ ਹੈ ਵੀ ਸ਼ਾਂਤ ਚਿੱਤ ਰਹਿ ਕੇ ਸ਼ਹੀਦੀਆਂ ਪ੍ਰਾਪਤ ਕਰਨੀਆਂ। ਫਿਰ ਜੇ ਪੰਜਾ ਸਾਹਿਬ ਦਾ ਸਾਕਾ ਵਾਪਰਦਾ, ਭਾਈ ਪ੍ਰਤਾਪ ਸਿੰਘ ਕਰਮ ਸਿੰਘ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਰੇਲ ਗੱਡੀ ਦੇ ਅੱਗੇ ਬੈਠ ਜਾਂਦੇ ਨੇ। ਕਿਉਂ? ਇਹ ਰੁਤਬਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਸਿੱਖਾਂ ਦੇ ਵਿੱਚ ਦਿੱਤਾ ਹੋਇਆ ਹੈ। ਭਾਈ ਪਿਰਾਣਾ ਜੀ ਨੂੰ ਸਤਿਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਪਿਰਾਣਾ ਜੀ ਸ਼ਾਂਤ ਚਿੱਤ ਰਹੋ, ਪਰਮੇਸ਼ਰ ਦੀ ਰਜਾ ਵਿੱਚ ਰਹੋ, ਜੋ ਕੁਝ ਪਰਮੇਸ਼ਰ ਦਾ ਹੁਕਮ ਹੈ ਉਹਨੂੰ ਸ਼ਾਂਤ ਚਿੱਤ ਜਿਹੜਾ ਹੈ ਅੱਖਾਂ ਸਾਹਮਣੇ ਵੇਖਣ ਦਾ ਯਤਨ ਕਰੋ। ਪਰੇ ਦੁਸ਼ਟ ਜਰ ਖਾਰੇ ਨੀਰ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਭਾਈ ਪਿਰਾਣਾ ਨੂੰ ਕੀ ਕਹਿ ਰਹੇ ਨੇ ਵੀ ਇਹ ਸਾਨੂੰ ਨਹੀਂ ਉਬਾਲ ਰਹੇ, ਇਹ ਪਾਣੀ ਵਿੱਚ ਸਾਨੂੰ ਨਹੀਂ ਉਬਾਲ ਰਹੇ, ਇਹ ਦੁਸ਼ਟ ਜਿਹੜੇ ਨੇ ਆਪਣੀ ਜੜ ਨੂੰ ਖਾਰੇ ਪਾਣੀ ਦੇ ਵਿੱਚ ਪਾ ਰਹੇ ਨੇ। ਕਰਤਾਰ ਸਿੰਘ ਕਲਾਸਵਾਲੀਆ ਜੀ ਦਾ ਇੱਕ ਗ੍ਰੰਥ ਹੈ, ਉਹਨਾਂ ਨੇ ਇੱਕ ਗ੍ਰੰਥ ਦੇ ਵਿੱਚ ਤੁਕ ਲਿਖੀ ਹੈ ਵੀ ਜਿਸ ਦਰਖਤ ਦੀ ਜੜ ਦੇ ਵਿੱਚ ਬੰਦਾ ਨਾਮ ਦੀ ਬੂਟੀ ਹੋ ਜਾਵੇ ਨਾ ਤੇ ਉਹ ਹੌਲੀ ਹੌਲੀ ਕਰਕੇ ਉਹ ਰੁੱਖ ਸੜ ਜਾਂਦਾ, ਸੁੱਕ ਜਾਂਦਾ। ਤੇ ਜਿਸ ਰੁੱਖ ਦੀ ਜੜ ਦੇ ਵਿੱਚ ਖਾਰਾ ਪਾਣੀ ਪੈ ਜਾਵੇ, ਲੂਣ ਵਾਲਾ ਪਾਣੀ ਪਾਈ ਚਲੋ, ਹੌਲੀ ਹੌਲੀ ਉਹ ਰੁੱਖ ਦੀਆਂ ਜੜ੍ਹਾਂ ਗਲਣੀਆਂ ਤੇ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ। ਮਹਾਰਾਜ ਜੀ ਕਹਿੰਦੇ ਦੁਸ਼ਟ ਜਿਹੜੇ ਨੇ ਨਾ ਇਹ ਸਾਨੂੰ ਨਹੀਂ ਉਬਾਲ ਰਹੇ, ਇਹ ਖਾਰਾ ਪਾਣੀ ਆਪਣੀਆਂ ਜੜ੍ਹਾਂ ਵਿੱਚ ਪਾ ਰਹੇ ਨੇ। ਹਮ ਤੋ ਤਜੇ ਆਪਨੇ ਪ੍ਰਾਨ। ਮਹਾਰਾਜ ਜੀ ਕਹਿੰਦੇ ਸਾਨੂੰ ਤੇ ਪਹਿਲਾਂ ਹੀ ਨਿਸ਼ਚਾ ਹੋ ਗਿਆ ਸੀ, ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿੱਥੇ ਅੱਜ ਗੁਰਦੁਆਰਾ ਕੋਠਾ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿੱਥੇ ਆਪਾਂ ਜਾ ਕੇ ਦਰਸ਼ਨ ਕਰਦੇ, ਇੱਥੇ ਰਾਤ ਦੇ ਸਮੇਂ ਆਪਣੇ ਸਾਰੇ ਪ੍ਰੇਮੀ ਸਿੱਖ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਬਾਬਾ ਬਿਧੀ ਚੰਦ ਜੀ ਆਦਿਕ ਸਿੱਖਾਂ ਨੂੰ ਬੁਲਾਇਆ ਤੇ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਦੀ ਰਸਮ ਅਦਾ ਕਰੋ। ਲਾਹੌਰ ਤੋਂ ਹੁਕਮ ਆਇਆ ਸੀ ਉੱਥੇ ਜਾਣਾ ਤੇ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਜੀ ਅੱਗੇ ਵੀ ਕਈ ਵਾਰ ਲਾਹੌਰ ਗਏ ਹੋ, ਇੱਕ ਦਿਨ ਜਾਓਗੇ, 2-4 ਦਿਨ ਉੱਥੇ ਰਹੋਗੇ, ਵਾਪਸ ਆ ਜਾਓਗੇ। ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਮਿਲਦਾ ਮਹਾਰਾਜ ਜੀ ਨੇ ਇੱਕ ਬਚਨ ਕਿਹਾ ਸੀ ਵੀ ਲੱਗੇਗਾ ਸੀਸ ਇਹ ਨਿਸ਼ਚਾ ਹੈ ਆਇਆ, ਵੀ ਹੁਣ ਉੱਥੇ ਸਾਡੀ ਸ਼ਹਾਦਤ ਹੋ ਜਾਵੇਗੀ, ਸਾਡੇ ਕੋਲ ਵਾਪਸ ਮੁੜ ਕੇ ਨਹੀਂ ਆਇਆ ਜਾਣਾ। ਤੁਸੀਂ ਹੁਣ ਸਾਡਾ ਇਹ ਜਿਹੜਾ ਹੁਕਮ ਹੈ ਇਸ ਨੂੰ ਪੂਰਿਆਂ ਕਰੋ, ਗੁਰਿਆਈ ਦੀ ਰਸਮ ਅਦਾ ਕਰ ਦਿਓ। ਮਹਾਰਾਜ ਜੀ ਕਹਿੰਦੇ ਅਸੀਂ ਆਪਣੇ ਪ੍ਰਾਣ ਤਿਆਗਣ ਵਾਸਤੇ ਲਾਹੌਰ ਦੀ ਧਰਤੀ ਦੇ ਉੱਪਰ ਆਏ ਹਾਂ। ਲਿਹੋ ਸਾਸਨਾ ਤੁਮ ਕਿਉਂ ਆਨ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਪੁਰਾਣੇ ਨੂੰ ਕਹਿੰਦੇ ਵੀ ਹੁਣ ਤੁਸੀਂ ਅਜਿਹਾ ਕਿਉਂ ਕਰ ਰਹੇ ਹੋ, ਅਸੀਂ ਤੇ ਆਪਣੇ ਪ੍ਰਾਣ ਤਿਆਗਣ ਵਾਸਤੇ, ਸ਼ਹਾਦਤ ਪ੍ਰਾਪਤ ਕਰਨ ਵਾਸਤੇ ਇੱਥੇ ਆਏ ਹਾਂ। ਖਰਿਓ ਦੂਰ ਕਰ ਜੋਰ ਪਿਰਾਣਾ। ਹੁਣ ਭਾਈ ਪਿਰਾਣਾ ਜੀ ਖਰਿਓ ਜੋਰ ਕਰ, ਜੋਰ ਹੱਥ ਆਪਣੇ ਦੋਵੇਂ ਜੋੜ ਕੇ ਭਾਈ ਪਿਰਾਣਾ ਜੀ ਖਲੋ ਗਏ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੁਝ ਕਹਿਣ ਲੱਗੇ ਨੇ। ਹੁਣ ਗੁਰੂ ਤੇ ਸਿੱਖ ਦੀ ਕੀ ਵਾਰਤਾਲਾਪ ਹੋ ਰਹੀ ਹੈ। ਸ਼ਕਤ ਦਿਖਾਵਨ ਹਿਤ ਵਖਾਣਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਭਾਈ ਪਿਰਾਣਾ ਜੀ ਹੁਣ ਇੱਕ ਗੱਲ ਕਹਿੰਦੇ, ਮਹਾਰਾਜ ਜੀ ਮੈਂ ਤੁਹਾਨੂੰ ਇਹ ਕਸ਼ਟ ਵੇਖਦਿਆਂ ਹੋਇਆ ਨਹੀਂ ਜਰ ਸਕਦਾ, ਮੇਰੇ ਕੋਲ ਸਹਾਰਿਆ ਨਹੀਂ ਜਾਂਦਾ, ਮੈਂ ਰਹਿ ਨਹੀਂ ਸਕਦਾ।
ਜੇ ਆਪ ਜੀ ਮੈਨੂੰ ਹੁਕਮ ਕਰੋ ਤੇ ਮੈਂ ਕੁਝ ਸ਼ਕਤੀ ਵਿਖਾ ਕੇ ਇਸ ਲਾਹੌਰ ਦਰਬਾਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ, ਦਿੱਲੀ ਤੇ ਲਾਹੌਰ ਦਾ ਤਖਤ ਆਪਸ ਦੇ ਵਿੱਚ ਪੜਾ ਦੇਵਾਂ, ਇਹਨਾਂ ਸਾਰੇ ਦੁਸ਼ਟਾਂ ਨੂੰ ਇੱਕੇ ਵਾਰ ਹੀ ਸਮਾਪਤ ਕਰ ਦੇਵਾਂ। ਮਹਾਰਾਜ ਜੀ ਸਿਰਫ ਤੁਸੀਂ ਮੈਨੂੰ ਇਸ਼ਾਰਾ ਕਰ ਦਿਓ। ਹੁਣ ਅੱਗੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਪ੍ਰਾਣਾ ਜੀ ਨੂੰ ਕੀ ਕਹਿ ਰਹੇ ਨੇ? ਪ੍ਰਭ ਜੀ ਰਹਿਓ ਜਾਏ ਨਹਿ ਬੋਤੇ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਭਾਈ ਪ੍ਰਾਣਾ ਜੀ ਕਹਿੰਦੇ ਮੇਰੇ ਕੋਲੋਂ ਰਿਹਾ ਹੀ ਨਹੀਂ ਜਾ ਰਿਹਾ। ਰਾਵਰ ਕੋ ਏ ਤਕ ਦੁਖ ਹੋਤੇ। ਰਾਵਰ ਸਾਡੇ ਰਾਜੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਸ਼ਾਂਤੀ ਦੇ ਪੁੰਜ ਸਤਿਗੁਰੂ ਨੂੰ, ਜਿਨ੍ਹਾਂ ਦੇ ਚਰਨਾਂ ਵਿੱਚੋਂ ਅਸੀਂ ਇੰਨੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ ਨੇ, ਉਹਨਾਂ ਨੂੰ ਇੰਨੇ ਦੁੱਖ ਮਿਲ ਰਹੇ ਹੋਣ ਤੇ ਸਿੱਖ ਕਿਵੇਂ ਜਿਹੜਾ ਜਰ ਸਕਦਾ ਹੈ? ਦਿੱਲੀ ਲਾਹਪੁਰ ਨਗਰ ਵਿਸਾਲੇ। ਦਿੱਲੀ ਤੇ ਲਾਹਪੁਰ, ਦਿੱਲੀ ਤੇ ਲਾਹੌਰ ਜਿਹੜੇ ਇਹ ਵਿਸ਼ਾਲੇ ਵੱਡੇ ਨਗਰ ਨੇ। ਅਬ ਲੇਵੋ ਨਿਜ ਹਾਥ ਉਠਾਲੇ। ਨਿਜ ਹਾਥ ਉਠਾਲੇ, ਅਬ ਲੇਵੋ ਨਿਜ ਹਾਥ ਉਠਾਲੇ, ਵੀ ਮੈਂ ਇਹਨਾਂ ਦੋਵਾਂ ਸ਼ਹਿਰਾਂ ਨੂੰ ਆਪਣੇ ਇਹਨਾਂ ਦੋਵਾਂ ਹੱਥਾਂ ਵਿੱਚ ਲੈ ਲਵਾਂ। ਦੋਹਨ ਪਹਿਰਾਵੋ ਜਿਉ ਕਰਤਾਰੀ। ਕਹਿੰਦੇ ਵੀ ਜਿਵੇਂ ਦੋਵਾਂ ਹੱਥਾਂ ਦੇ ਉੱਪਰ ਮਿੱਟੀ ਲੱਗ ਜਾਵੇ, ਹੱਥਾਂ ਨੂੰ ਮਿੱਟੀ ਲੱਗ ਜਾਵੇ ਤੇ ਐਂ ਕਰਕੇ ਹੱਥ ਝਾੜ ਦਈਦੇ ਨੇ, ਤਾੜੀ ਵਜਾ ਦਈਦੀ ਹੈ। ਮੈਂ ਇਹਨਾਂ ਦੋਵਾਂ ਸ਼ਹਿਰਾਂ ਨੂੰ, ਦਿੱਲੀ ਤੇ ਲਾਹੌਰ ਨੂੰ ਆਪਣੇ ਹੱਥਾਂ ਵਿੱਚ ਲੈ ਲਵਾਂ ਤੇ ਤਾੜੀ ਵਜਾ ਕੇ ਦੋਨਾਂ ਸ਼ਹਿਰਾਂ ਨੂੰ ਗਰਕ ਕਰ ਦੇਵਾਂ। ਸਤਿਗੁਰੂ ਜੀ ਤੁਸੀਂ ਮੈਨੂੰ ਆਗਿਆ ਕਰੋ। ਇਹ ਭਾਈ ਪ੍ਰਾਣਾ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿ ਰਹੇ ਨੇ। ਦਿਓ ਨਾਸ ਕਰ ਲਗੇ ਨਾ ਬਾਰੀ। ਵੀ ਕੁਝ ਵੀ ਸਮਾਂ ਨਾ ਲੱਗੇ, ਮੈਂ ਇਹਨਾਂ ਦੋਵਾਂ ਸ਼ਹਿਰਾਂ ਦਾ ਨਾਸ਼ ਕਰ ਦੇਵਾਂ। ਕਿਉਂ ਇਤਨੇ ਦੁਖ ਸਹੋ ਗੁਸਾਈ। ਕਿਉਂ ਏਡੇ ਵੱਡੇ ਦੁੱਖ ਗੁਸਾਈ ਜੀ ਤੁਸੀਂ ਸਹਾਰ ਰਹੇ ਹੋ? ਤੁਸੀਂ ਆਪਣੇ ਸਿੱਖ ਨੂੰ ਇਸ਼ਾਰਾ ਕਰੋ। ਦਿਓ ਸ਼ਾਰਤ ਮੁਖ ਕਹੋ ਨ ਕਾਈ। ਮੈਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਮੈਨੂੰ ਹੁਕਮ ਕਰੋ, ਮੈਂ ਜਿਹੜਾ ਹੈ ਤੁਹਾਡਾ ਬਚਨ ਪੂਰਾ ਕਰਕੇ ਵਿਖਾਵਾਂਗਾ। ਸੁਨ ਸਤਿਗੁਰ ਕਹਿ ਕਿਹਤੇ ਪਾਈ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਪ੍ਰਾਣਾ ਜੀ ਦੀ ਸਾਰੀ ਗੱਲਬਾਤ ਸੁਣ ਰਹੇ ਨੇ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਭਾਈ ਪ੍ਰਾਣਾ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਮਹਾਰਾਜ ਹੁਕਮ ਕਰੋ, ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ, ਦੋਵਾਂ ਸ਼ਹਿਰਾਂ ਨੂੰ ਗਰਕ ਕਰ ਦੇਵਾਂ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਭਾਈ ਪ੍ਰਾਣਾ ਜੀ ਦੇ ਮੁਖ ਵੱਲ ਬੜੀ ਗੰਭੀਰਤਾ ਦੇ ਨਾਲ ਤੱਕਦੇ ਤੇ ਫਿਰ ਸ਼ਾਂਤ ਚਿੱਤ ਸਤਿਗੁਰੂ ਜੀ ਭਾਈ ਪ੍ਰਾਣਾ ਜੀ ਨੂੰ ਕਹਿੰਦੇ ਪ੍ਰਾਣਾ ਜੀ ਇੱਕ ਗੱਲ ਸੁਣੋ, ਜਿਹੜਾ ਤੁਸੀਂ ਬਚਨ ਕਰ ਰਹੇ ਹੋ ਕਿ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ, ਤੁਹਾਡੇ ਵਿੱਚ ਇਹ ਸ਼ਕਤੀ ਕਿੱਥੋਂ ਆ ਗਈ? ਤੁਸੀਂ ਇਹ ਕਿੱਥੋਂ ਪ੍ਰਾਪਤ ਕਰ ਲਈ? ਤੁਹਾਡੇ ਅੰਦਰ ਇਹ ਭਾਵਨਾ ਕਿੱਥੋਂ ਪ੍ਰਗਟ ਹੋ ਗਈ ਹੈ? ਤੁਸੀਂ ਇਹ ਸ਼ਕਤੀ ਕਿਸ ਦੇ ਕੋਲੋਂ ਪ੍ਰਾਪਤ ਕੀਤੀ? ਸਾਨੂੰ ਇਹ ਦੱਸਣਾ ਕਰੋ। ਹਾਂ ਜੀ। ਜੇ ਚਾਹਤ ਅਬ ਸ਼ਕਤ ਦਿਖਾਈ। ਸਤਿਗੁਰੂ ਜੀ ਕਹਿੰਦੇ ਜੇ ਤੁਹਾਡੇ ਅੰਦਰ ਹੁਣੇ ਸ਼ਕਤੀ ਦਿਖਾਉਣ ਦੀ ਚਾਹਨਾ ਉਤਪੰਨ ਹੋਈ ਤੇ ਫਿਰ ਅਸੀਂ ਤੁਹਾਨੂੰ ਪੁੱਛਾਂਗੇ, ਹੁਣ ਸਿਰਫ ਤੁਸੀਂ ਸਾਡਾ ਬਚਨ ਧਿਆਨ ਦੇ ਨਾਲ ਸੁਣਨਾ ਕਰੋ। ਸੁਨੋ ਗੁਰੂ ਕਰ ਸੇਵ ਤੁਮਾਰੀ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਪ੍ਰਾਣਾ ਜੀ ਕਹਿ ਰਹੇ, ਮਹਾਰਾਜ ਜੀ ਜਦੋਂ ਦਾ ਮੈਂ ਲਾਹੌਰ ਤੋਂ ਚੱਲ ਕੇ ਤੁਹਾਡੀ ਸ਼ਰਨ ਦੇ ਵਿੱਚ ਆਇਆ, ਭਾਈ ਪ੍ਰਾਣਾ ਜੀ ਲਾਹੌਰ ਵਾਲੇ ਪਾਸੇ ਪਾਕਿਸਤਾਨ ਜਿਹੜਾ ਅੱਜ ਕੱਲ੍ਹ ਮੌਜੂਦਾ ਹੈ ਉਸ ਇਲਾਕੇ ਦੇ ਰਹਿਣ ਵਾਲੇ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਨੰਨ ਸਿੱਖ ਬਣੇ। ਪਿਛੋਕੜ ਜੀਵਨ ਦੇ ਵਿੱਚ ਇਹਨਾਂ ਦੇ ਮਿਲਦਾ ਭਾਈ ਪ੍ਰਾਣਾ ਜੀ ਵੀ ਪੀਰਾਂ ਦੇ ਪੁਜਾਰੀ ਸੀ, ਸਰਵਰੀਏ ਦੇ ਚੇਲੇ ਸੀ, ਪਰ ਜਦੋਂ ਗੁਰੂ ਘਰ ਦੀ ਸਿੱਖੀ ਨਾਲ ਨਾਤਾ ਜੁੜ ਗਿਆ, ਗੁਰੂ ਨੇ ਸਾਰਾ ਜੀਵਨ ਤਬਦੀਲ ਕਰ ਦਿੱਤਾ। ਲੰਗਰ ਦੀ ਸੇਵਾ ਕੀਤੀ, ਲੱਕੜਾਂ ਦੀ ਸੇਵਾ ਕੀਤੀ, ਗੁਰੂ ਘਰ ਦੀਆਂ ਅਨੰਨ ਸੇਵਾਵਾਂ ਕੀਤੀਆਂ। ਬੜੇ ਕਰਨੀ ਵਾਲੇ ਉੱਚੀ ਅਵਸਥਾ ਦੇ ਪਿਆਰੇ ਸਿੱਖ ਬਣ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਿਕਟਵਰਤੀ ਸਿੱਖ ਬਣ ਗਏ ਤੇ ਅਜਿਹੇ ਨਿਕਟਵਰਤੀ ਸਿੱਖ ਬਣੇ ਵੀ 24 ਘੰਟੇ ਦਾ ਸਾਥ ਗੁਰੂ ਅਰਜਨ ਦੇਵ ਮਹਾਰਾਜ ਦੀ ਸੰਗਤ ਇਹਨਾਂ ਕਰਿਆ ਕਰਨੀ। ਤੇ ਜਦੋਂ ਮਹਾਰਾਜ ਜੀ ਪੁੱਛਦੇ ਵੀ ਤੁਹਾਡੇ ਵਿੱਚ ਸ਼ਕਤੀ ਕਿੱਥੋਂ ਆਈ, ਇਹ ਤੁਹਾਡੇ ਅੰਦਰ ਭਾਵਨਾ ਕਿੱਥੋਂ ਆਈ ਲਾਹੌਰ ਤੇ ਦਿੱਲੀ ਨੂੰ ਬਰਬਾਦ ਕਰਨ ਦੀ? ਮਹਾਰਾਜ ਜੀ ਕਹਿੰਦੇ ਤੁਹਾਡੀ ਸੇਵਾ, ਚਰਨਾਂ ਵਿੱਚ ਰਹਿ ਕੇ ਕੀਤਾ ਹੋਇਆ ਸਿਮਰਨ, ਉਹਦੇ ਵਿੱਚੋਂ ਇਹ ਦਾਤਾਂ ਪ੍ਰਾਪਤ ਹੋਈਆਂ ਨੇ। ਭਇਓ ਕਿਰਪਾ ਤੇ ਪ੍ਰਾਕਰਮ ਭਾਰੀ। ਮਹਾਰਾਜ ਜੀ ਤੁਹਾਡੀ ਕਿਰਪਾ ਸਦਕਾ ਭਾਰੀ ਪ੍ਰਾਕਰਮ ਸਾਨੂੰ ਪ੍ਰਾਪਤ ਹੋਇਆ। ਤੁਹਾਡੀ ਕਿਰਪਾ ਹੋਈ, ਤੁਹਾਡੀ ਨਦਰ ਹੋਈ ਹੈ, ਬਖਸ਼ਿਸ਼ ਹੋਈ ਹੈ। ਤੁਸੀਂ ਜਦੋਂ ਰਹਿਮਤ ਦੇ ਘਰ ਦੇ ਵਿੱਚ ਆਏ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਮਹਾਰਾਜ ਜੀ ਤੁਹਾਡੇ ਚਰਨਾਂ ਵਿੱਚ ਰਹਿ ਕੇ ਦਾਤਾਂ ਪ੍ਰਾਪਤ ਕੀਤੀਆਂ ਨੇ। ਭਾਈ ਪ੍ਰਾਣਾ ਜੀ ਕਹਿੰਦੇ ਮਹਾਰਾਜ ਜੀ ਤੁਸੀਂ ਕਿਰਪਾ ਕੀਤੀ ਹੈ। ਚੰਦੂ ਦੁਸ਼ਟ ਮੂੜ ਕਿਆ ਆਹ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣ ਭਾਈ ਪ੍ਰਾਣਾ ਜੀ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ ਵੀ ਪ੍ਰਾਣਾ ਜੀ
ਚੰਦੂ ਦੁਸ਼ਟ ਦੀ ਕੀ ਗੱਲ ਕਰਦੇ ਹੋ, ਇਹ ਤੇ ਮੂੜ ਮੂਰਖ ਹੈ। ਨਾਸੋਂ ਤੁਰਕ ਨਾਮ ਨਹਿ ਰਹੈ। ਸਮਾਂ ਆਵੇਗਾ ਹਿੰਦੁਸਤਾਨ ਇਸ ਖਿੱਤੇ ਦੇ ਵਿੱਚ ਤੁਰਕਾਂ ਦਾ ਨਾਮੋ ਨਿਸ਼ਾਨ ਹੀ ਮਿਟ ਜਾਵੇਗਾ। ਸਾਧ ਸੰਗਤ ਜੀਓ, 712 ਈਸਵੀ ਦੇ ਵਿੱਚ ਪਹਿਲਾ ਹਮਲਾਵਰ ਹਿੰਦੁਸਤਾਨ ਦੇ ਵਿੱਚ ਚੜ੍ਹ ਕੇ ਆਉਂਦਾ ਹੈ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਦੋਂ ਚਾਰੇ ਸਾਹਿਬਜ਼ਾਦੇ 2 ਚਮਕੌਰ 2 ਸਰਹੰਦ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਜਾਂਦੇ, ਨੂਰਾ ਮਾਹੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਬਰ ਦਿੰਦਾ, ਮਹਾਰਾਜ ਜੀ ਵੱਡੇ ਤੁਸੀਂ ਆਪਣੇ ਹੱਥੀਂ ਤੋਰ ਦਿੱਤੇ, ਛੋਟੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਵੀ ਸ਼ਹਾਦਤ ਪ੍ਰਾਪਤ ਕਰ ਗਏ। ਇਤਿਹਾਸ ਇਹ ਵਾਰਤਾ ਦੱਸਦਾ, ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੇ ਵਿੱਚ ਪੱਥੇ ਦੇ ਵਿੱਚੋਂ ਇੱਕ ਤੀਰ ਕੱਢਿਆ ਹੋਇਆ ਸੀ ਤੇ ਸਤਿਗੁਰੂ ਜੀ ਕਾਈ ਦਾ ਜਿਹੜਾ ਸਰਕੜੇ ਦਾ ਬੂਟਾ ਸੀ ਉਹਦੀਆਂ ਜੜ੍ਹਾਂ ਉਖੇੜੀ ਜਾ ਰਹੇ ਸੀ, ਉਹਦੇ ਵਿੱਚੋਂ ਮਿੱਟੀ ਕੱਢੀ ਜਾ ਰਹੇ ਸੀ। ਜੜ੍ਹਾਂ ਬੜੀਆਂ ਡੂੰਘੀਆਂ ਹੁੰਦੀਆਂ ਸਰਕੜੇ ਕਾਈ ਦੇ ਰੁੱਖ ਦੀਆਂ, ਤੇ ਤੀਰ ਮਾਰਦਿਆਂ ਮਾਰਦਿਆਂ ਜਿਉਂ ਭਾਈ ਨੂਰਾ ਮਾਈ ਸਾਰੀ ਵਾਰਤਾ ਆ ਕੇ ਕਿਵੇਂ ਕਿਵੇਂ ਦੇ ਕਸ਼ਟ ਸਹਾਰੇ, ਮਾਤਾ ਜੀ ਦੇ ਨਾਲ ਕੀ ਹੋਇਆ, ਕਿਵੇਂ ਉਹਨਾਂ ਨੂੰ ਬਾਬੇ ਮੋਤੀ ਰਾਮ ਜੀ ਨੇ ਦੁੱਧ ਪਿਆਉਣ ਦੀ ਸੇਵਾ ਕੀਤੀ, ਭਾਈ ਮੋਤੀ ਰਾਮ ਜੀ ਦੇ ਪਰਿਵਾਰ ਨਾਲ ਕੀ ਹੋਇਆ। ਮਹਾਰਾਜ ਜੀ ਨੇ ਕਿਹਾ ਤੁਰਕਾਂ ਦੀ ਜੜ ਜਾਂਦੀ ਰਹੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਪਿਰਾਣੇ ਨੂੰ ਕਹਿ ਰਹੇ, ਭਾਈ ਪਿਰਾਣਾ ਜੀ ਸਮਾਂ ਲੱਗੇਗਾ, ਇਸ ਖਿੱਤਿਆਂ ਦੇ ਵਿੱਚੋਂ ਮੂਰਖ ਚੰਦੂ ਦਾ ਤਾਂ ਕੀ ਤੁਰਕਾਂ ਦਾ ਵੀ ਨਾਮੋ ਨਿਸ਼ਾਨ ਮਿਟ ਜਾਵੇਗਾ। ਜਿਨ ਕੇ ਰਾਜ ਮਹਾ ਅਨਿਆਏ। ਜਿਨ੍ਹਾਂ ਦੇ ਰਾਜ ਦੇ ਵਿੱਚ ਮਹਾ ਅਨਿਆਏ ਹੋ ਰਿਹਾ, ਜਿਨ੍ਹਾਂ ਦੇ ਰਾਜ ਦੇ ਵਿੱਚ ਜ਼ੁਲਮ ਦੀ ਹਨੇਰੀ ਵਗ ਰਹੀ ਹੈ, ਵੀ ਅੰਨਾ ਤਸ਼ੱਦਦ ਹੋ ਰਿਹਾ। ਸਾਧ ਸੰਗਤ ਜੀ, ਜਦੋਂ ਖੁਸਰੋ ਨੂੰ ਫੜਨ ਵਾਸਤੇ ਜਦੋਂ ਆਪਾਂ ਗੋਇੰਦਵਾਲ ਸਾਹਿਬ ਜਾਂਦੇ ਹਾਂ, ਇਹ ਫਤਿਆਬਾਦ ਦੇ ਇਲਾਕੇ ਲਾਗੇ ਜਿਹੜੇ ਫਕੀਰਾਂ ਨੇ ਖੁਸਰੋ ਦੀ ਰੋਟੀ ਵਰਜੀ ਸੀ, ਜਦੋਂ ਜਹਾਂਗੀਰ ਨੂੰ ਪਤਾ ਲੱਗਾ ਤੇ ਜਹਾਂਗੀਰ ਨੇ ਉਹ ਸਾਰੇ ਦੇ ਸਾਰੇ ਸੂਫੀ ਫਕੀਰ ਜਿਹੜੇ ਸੀ ਉਹ ਮਰਵਾ ਦਿੱਤੇ। ਫਿਰ ਲਾਹੌਰ ਵਿੱਚ ਜਦੋਂ ਪਹੁੰਚਿਆ, ਖੁਸਰੋ ਆਪਣੇ ਪੁੱਤਰ ਦੀਆਂ ਅੱਖਾਂ ਸੀਨ ਦਿੱਤੀਆਂ, ਜੇਲ੍ਹ ਵਿੱਚ ਪਾ ਦਿੱਤਾ। ਜਿਨ੍ਹਾਂ ਨੇ ਹਮਾਇਤ ਹੋ ਕੇ ਫਕੀਰਾਂ ਨੇ ਉੱਥੇ ਹਾ ਦਾ ਨਾਅਰਾ ਮਾਰਿਆ ਤੇ ਜਹਾਂਗੀਰ ਬਾਦਸ਼ਾਹ ਨੇ ਉਹਨਾਂ ਉੱਪਰ ਵੀ ਜ਼ੁਲਮ ਕੀਤਾ, ਅਨਿਆਏ ਕੀਤਾ ਤੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਤੇ ਮਹਾਰਾਜ ਭਾਈ ਪਿਰਾਣਾ ਜੀ ਨੂੰ ਕਹਿ ਰਹੇ ਨੇ ਵੀ ਜਿਨ੍ਹਾਂ ਦੇ ਰਾਜ ਦੇ ਵਿੱਚ ਇੰਨਾ ਅਨਿਆਏ ਹੋ ਰਿਹਾ ਨਾ, ਆਪਾਂ ਇੱਕ ਮੁਹਾਵਰਾ ਪੜ੍ਹਦੇ ਹਾਂ ਵੀ ਤਪੋਂ ਰਾਜ ਤੇ ਰਾਜੋਂ ਨਰਕ, ਵੀ ਤਪ ਕਰਕੇ ਰਾਜ ਮਿਲਿਆ ਤੇ ਰਾਜ ਪਾ ਕੇ ਜਦੋਂ ਮਾੜੇ ਕਰਮ ਕੀਤੇ, ਜ਼ੁਲਮ ਕੀਤੇ ਤੇ ਹੁਣ ਨਰਕਾਂ ਵਾਲੇ ਪਾਸੇ ਜਾਣਗੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਰਾਜ ਵਿੱਚ ਇੰਨਾ ਅਨਿਆਏ ਹੋ ਰਿਹਾ ਨਾ, ਇਹ ਰਾਜ ਕਿਤੇ ਬਹੁਤਾ ਚਿਰ ਸੰਸਾਰ ਦੇ ਵਿੱਚ ਚੱਲਦੇ ਨਹੀਂ ਨੇ। ਹਾਂਜੀ, ਤੁਮ ਸਮ ਕੋ ਅਸ ਹੋਤ ਸਜਾਏ। ਇਹਨਾਂ ਨੂੰ ਬੜੀ ਭਿਆਨਕ ਸਮੇਂ ਅਨੁਸਾਰ ਆਪੇ ਸਜ਼ਾ ਮਿਲ ਜਾਣੀ ਹੈ। ਭਾਈ ਪਿਰਾਣਾ ਜੀ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ, ਗੁਰੂ ਕਹਿਓ ਜਿਨ ਕੀ ਕਰ ਸੇਵਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੀ ਸੇਵਾ ਕਰਕੇ ਭਾਈ ਪਿਰਾਣਾ ਜੀ ਤੁਸੀਂ ਇਹ ਚੀਜ਼ਾਂ ਬਰਕਤਾਂ ਬਖਸ਼ਿਸ਼ਾਂ ਹਾਸਲ ਕੀਤੀਆਂ ਨੇ, ਇਹ ਰਿਧੀਆਂ ਸਿੱਧੀਆਂ, ਇਹ ਭਾਵਨਾ ਫੁਰਨੇ ਸੰਪੂਰਨ ਕਰਨ ਵਾਲਾ ਤੁਹਾਡੇ ਅੰਦਰ ਮਨੋਬਲ ਆ ਗਿਆ ਹੈ। ਲਈ ਸ਼ਕਤ ਧਾਰਤ ਅਹੰ ਬੇਵਾ। ਤੇ ਤੁਸੀਂ ਗੁਰੂ ਘਰ ਦੇ ਵਿੱਚੋਂ ਸੇਵਾ ਕਰਕੇ ਰਿਧੀਆਂ ਸਿੱਧੀਆਂ, ਇਹ ਸ਼ਬਦ ਸਿੱਧੀ ਹਾਸਲ ਕਰ ਲਈ, ਇਹ ਸ਼ਕਤੀ ਹਾਸਲ ਕਰ ਲਈ, ਤੁਹਾਨੂੰ ਇਹ ਸ਼ਕਤੀ ਜਿਹੜੀ ਪ੍ਰਾਪਤ ਹੋ ਗਈ। ਹੁਣ ਤੁਹਾਡੇ ਅੰਦਰ ਥੋੜ੍ਹਾ ਜਿਹਾ ਰਤਾ ਮਾਤਰ ਹੰਕਾਰ ਵੀ ਆ ਗਿਆ। ਹੁਣ ਵੇਖੋ ਸਤਿਗੁਰੂ ਜੀ ਅਖੀਰਲੇ ਸਮੇਂ ਕਸ਼ਟ ਸਹਾਰ ਰਹੇ ਨੇ, ਦੇਗ ਵਿੱਚ ਉਬਲ ਰਹੇ ਨੇ, ਪਰ ਆਪਣੇ ਸਿੱਖ ਨੂੰ ਉੱਥੇ ਵੀ ਉਪਦੇਸ਼ ਦੇ ਰਹੇ ਨੇ ਵੀ ਜੇ ਤੂੰ ਗੁਰੂ ਕੇ ਸਿੱਖਾ ਇੰਨੀਆਂ ਚੀਜ਼ਾਂ ਹਾਸਲ ਕਰਕੇ ਕਿਤੇ ਹੰਕਾਰ ਆ ਜਾਵੇ। ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਾਂ ਇੱਕੋ ਅਰਦਾਸ ਬੇਨਤੀ ਕਰਨੀ ਹੈ। ਗੁਣ ਦਾ ਵੀ ਹੰਕਾਰ ਹੋ ਜਾਂਦਾ, ਚੰਗਾ ਬੋਲਣ ਦਾ, ਗਾਉਣ ਦਾ, ਕੀਰਤਨ ਦਾ, ਅਭਿਆਸ ਦਾ। ਕਿਸੇ ਵੇਲੇ ਤਾਂ ਨਿਤਨੇਮ ਦਾ ਵੀ ਹੰਕਾਰ ਹੋ ਜਾਂਦਾ ਵੀ ਮੈਂ ਅੱਜ ਇੰਨਾ ਨਿਤਨੇਮ ਕਰ ਲਿਆ, ਮੈਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰ ਲਏ, ਮੈਂ ਇੰਨੇ ਘੰਟੇ ਗੁਰੂ ਕੇ ਲੰਗਰ ਵਿੱਚ ਸੇਵਾ ਕਰ ਲਈ, ਫਲਾਣੇ ਜੋੜਾ ਘਰ ਦੇ ਵਿੱਚ ਸੇਵਾ ਕਰ ਲਈ। ਮਹਾਰਾਜ ਜੀ ਨੇ ਸਾਨੂੰ ਵੀ ਉਪਦੇਸ਼ ਦਿੱਤਾ, ਭਾਈ ਪਿਰਾਣਾ ਜੀ ਨੂੰ ਨਹੀਂ ਦਿੱਤਾ, ਵੀ ਜੇ ਤੁਹਾਡੇ ਉੱਪਰ ਇੰਨੀ ਬਖਸ਼ਿਸ਼ ਆ ਗਈ, ਰਤਾ ਮਾਤਰ ਵੀ ਜੀਵਨ ਦੇ ਵਿੱਚ ਹੰਕਾਰ ਆ ਗਿਆ ਨਾ, ਤੇ ਇੱਕ ਪਲ ਦੇ ਆਏ ਹੋਏ ਅਹੰਗ ਮੇਵ ਨੇ ਤੁਹਾਡੀ ਫੱਟੀ ਮੇਸ ਕਰਕੇ ਰੱਖ ਦੇਣੀ। ਇਹ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਇੱਕ ਪਾਸੇ ਚਲੀਆਂ ਜਾਣੀਆਂ। ਮਹਾਰਾਜ ਜੀ ਭਾਈ ਪਿਰਾਣਾ ਜੀ ਨੂੰ ਕਹਿ ਰਹੇ ਨੇ, ਸਮੁੱਚੇ ਸੰਸਾਰ ਨੂੰ ਮਹਾਰਾਜ ਉਪਦੇਸ਼ ਦੇ ਰਹੇ ਨੇ ਜੀ। ਤਿੰਨ ਬਹੁ ਸ਼ਕਤ ਅਹੈ ਕੈ ਨਾਹੀ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਭਾਈ ਪਿਰਾਣਾ ਜੀ ਨੂੰ ਕਹਿੰਦੇ ਤੁਹਾਡੇ ਵਿੱਚ ਸ਼ਕਤੀ ਹੈ ਵੀ ਕਿ ਨਹੀਂ, ਇਹਦਾ ਤੁਹਾਨੂੰ ਕਿਵੇਂ ਪਤਾ ਲੱਗਾ ਹੈ। ਕਿਮ ਜਾਣਤ ਆਪਣੇ ਮਨ ਮਾਹੀ। ਰਤਾ ਕੋ ਆਪਣੇ ਮਨ ਦੇ ਅੰਦਰ ਝਾਤੀ ਮਾਰੋ, ਤੁਹਾਡੇ ਅੰਦਰ ਕੋਈ ਸ਼ਕਤੀ ਹੈ ਵੀ ਕਿ ਨਹੀਂ, ਆਪਣੇ ਮਨ ਵਿੱਚ ਥੋੜਾ ਜਿਹਾ ਝਾਤ ਕੇ ਵੇਖੋ। ਜੇ ਜਾਣਤ ਤੂਸ਼ਨ ਕਰ ਰਹੋ। ਤੇ ਜੇ ਤੁਸੀਂ ਮਨ ਦੇ ਵਿੱਚ ਵੇਖ ਲਿਆ ਨਾ ਤੁਹਾਨੂੰ ਕੋਈ ਬਖਸ਼ਿਸ਼ ਹਾਸਲ ਹੋ ਗਈ ਹੈ, ਜੇ ਤੁਹਾਨੂੰ ਕੋਈ ਪ੍ਰਭੂ ਦੀ ਪ੍ਰਾਪਤੀ ਹੋ ਗਈ ਹੈ, ਤੇ ਤੂਸ਼ਨ ਹੋਏ ਰਹੋ। ਸਾਡੇ
ਜਿਹੜੇ ਪੁਰਾਣੇ ਬਜ਼ੁਰਗ ਸੀ ਨਾ, ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ 3 ਚੀਜ਼ਾਂ ਹਮੇਸ਼ਾ ਪਰਦੇ ਦੇ ਵਿੱਚ ਰਹਿਣੀਆਂ ਚਾਹੀਦੀਆਂ, ਭੋਜਨ, ਭਜਨ ਤੇ ਨਾਰੀ, ਤਿੰਨੋਂ ਪਰਦੇ ਦੇ ਅਧਿਕਾਰੀ। ਵੀ ਭਜਨ ਵੀ ਜਿਹੜਾ ਹੈ, ਜੇ ਕੁਝ ਪ੍ਰਾਪਤੀ ਹੋ ਗਈ ਨਾ, ਇਹਨੂੰ ਪਰਦੇ ਦੇ ਵਿੱਚ ਰੱਖੋ। ਕਾਏ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੇ ਛੁਪਾਇਓ। ਭਾਈ ਪ੍ਰਾਣਾ ਜੀ ਨੂੰ ਮਹਾਰਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ ਵੀ ਪ੍ਰਾਣਾ ਜੀ ਤੂਸ਼ਣ ਹੋਏ ਰਹੋ। ਜੇ ਮਨ ਦੇ ਵਿੱਚੋਂ ਕੁਝ ਨਜ਼ਰ ਵੀ ਆ ਰਿਹਾ ਤੇ ਐ ਆਨੰਦ ਚ ਧੋ ਕੇ ਖਿੜੇ ਮੱਥੇ ਪ੍ਰਵਾਨ ਕਰੋ, ਪਰਮੇਸ਼ਰ ਦੇ ਭਾਣੇ ਵਿੱਚ ਰਹਿਣ ਦੀ ਜਾਚ ਸਿੱਖੋ। ਬੈਠੇ ਪਿਖੋ ਨਹੀਂ ਕੁਛ ਕਹੋ। ਸਤਿਗੁਰੂ ਜੀ ਕਹਿੰਦੇ ਬੈਠ ਕੇ ਪਰਮੇਸ਼ਰ ਦਾ ਆਨੰਦ ਲਓ, ਸਤ ਕਰਤਾਰ ਜਪੀ ਚੱਲੋ, ਭਾਣੇ ਵਿੱਚ ਰਹੋ ਤੇ ਵਾਹਿਗੁਰੂ ਦੇ ਰਜਾ ਵਿੱਚ ਰਹਿ ਕੇ ਉਹਦੇ ਗੁਣ ਗਾਉਣੇ ਸ਼ੁਰੂ ਕਰੋ। ਨਾਹੇ ਤਾਂ ਛੂਛੋ ਹੀ ਰਹਿ ਜਾਏ। ਮਹਾਰਾਜ ਜੀ ਨੇ ਹੁਣ ਇੱਥੇ ਇੱਕ ਬਚਨ ਭਾਈ ਪ੍ਰਾਣਾ ਜੀ ਨੂੰ ਕਿਹਾ, ਸ਼ੂਸ਼ੋ ਹੀ ਰਹਿ ਜਾਏ ਹੈ। ਸ਼ੂਸ਼ਾ ਕਹਿੰਦੇ ਖਾਲੀ ਨੂੰ। ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਬਹੁ ਨਾ ਡੋਲੇ। ਜਿਹੜਾ ਸ਼ੂਸ਼ਾ ਹੁੰਦਾ, ਢੋਲ ਜ਼ਿਆਦਾ ਖੜਕਦਾ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਭਾਈ ਪ੍ਰਾਣਾ ਜੀ ਨੂੰ ਕਹਿੰਦੇ ਵੀ ਜੇ ਕੁਝ ਮਿਲ ਗਿਆ ਹੈ ਤੇ ਚੁੱਪ ਕਰ ਜਾ, ਜ਼ੁਬਾਨ ਬੰਦ ਕਰ ਲਵੋ ਤੇ ਐ ਵਾਹਿਗੁਰੂ ਦੀ ਰਜਾ ਵਿੱਚ ਨੇਤਰ ਬੰਦ ਕਰਕੇ ਆਨੰਦ ਦੇ ਵਿੱਚ ਆਪਣਾ ਜੀਵਨ ਜਿਹੜਾ ਬਤੀਤ ਕਰ ਲਵੋ। ਕੋਈ ਸ਼ਕਤ ਕੋ ਪੁਨ ਪਛਤਾ ਹੈ। ਜੇ ਤੇਰੀ ਕਿਤੇ ਸ਼ਕਤੀ ਖੁੱਸ ਗਈ, ਜੇ ਹੰਕਾਰ ਆ ਗਿਆ, ਰਤਾ ਮਤਲਬ ਵੀ ਹੰਕਾਰ ਦੀ ਚਿੰਕਾਰੀ ਬਣ ਗਈ ਤੇ ਖਾਲੀ ਹੋ ਜਾਵੇਗਾ। ਹਮਨੇ ਇਮਹੀ ਕਾਰਨ ਕਰਨਾ। ਸਤਿਗੁਰੂ ਜੀ ਕਹਿੰਦੇ ਹਮਨੇ ਇਮਹੀ ਕਾਰਨ ਕਰਨਾ। ਜੋ ਕੁਛ ਪਰਮੇਸ਼ਰ ਦਾ ਸਾਨੂੰ ਹੁਕਮ ਹੈ, ਅਸੀਂ ਸ਼ਹਾਦਤ ਪ੍ਰਾਪਤ ਕਰਨ ਵਾਸਤੇ ਆਏ ਹਾਂ। ਸਾਡੇ ਪ੍ਰਾਣ ਜਿਹੜੇ ਨੇ ਇੱਥੇ ਲਾਹੌਰ ਦੀ ਧਰਤੀ ਉੱਪਰ ਅਸੀਂ ਦੇਣੇ ਨੇ। ਅਸੀਂ ਇਸ ਤਰ੍ਹਾਂ ਦਾ ਵਾਕਾ ਹੀ ਵਰਤਾ ਕੇ ਜਾਣਾ। ਤੁਸੀਂ ਸਿਰਫ ਕੌਤਕ ਨੂੰ ਇਹ ਆਨੰਦ ਦੇ ਵਿੱਚ ਰਹਿ ਕੇ ਵੇਖੀ ਜਾਓ। ਤੂੰ ਨਹਿ ਲਖੈ ਏਵ ਆਚਰਨਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਵੀ ਤੁਸੀਂ ਇਸ ਗੱਲ ਨੂੰ, ਭੇਦ ਨੂੰ ਲੱਖ ਨਹੀਂ ਸਕਦੇ। ਪਰਮ ਬਸੂਰਤ ਤੂਸ਼ਨ ਹੋਵਾ। ਫਿਰ ਸਤਿਗੁਰੂ ਜੀ ਨੇ ਜਦੋਂ ਭਾਈ ਪ੍ਰਾਣਾ ਜੀ ਨੂੰ ਅਜਿਹੇ ਬਚਨ ਬੋਲੇ, ਭਾਈ ਪ੍ਰਾਣਾ ਜੀ ਦਾ ਹਿਰਦਾ ਸ਼ਾਂਤ ਹੋ ਗਿਆ, ਨੀਵੀਂ ਪਾ ਲਈ, ਹੱਥ ਜੁੜ ਗਏ, ਤੂਸ਼ਣ ਹੋਏ ਰਹਾ। ਹੁਣ ਸਤਿਗੁਰੂ ਜੀ ਦਾ ਬਚਨ ਪਾ ਕੇ ਮਹਾਰਾਜ ਜੀ ਨੇ ਜੋ ਬਚਨ ਕੀਤਾ ਸੀ ਵੀ ਸ਼ਕਤੀ ਵਿਖਾਉਣ ਦੀ ਲੋੜ ਨਹੀਂ। ਪਰਮੇਸ਼ਰ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਕੁਝ ਹੈ, ਪਰ ਸਮਾਂ ਆ ਗਿਆ। ਗੁਰ ਇਤਿਹਾਸ ਦੇ ਵਿੱਚ ਸਾਧ ਸੰਗਤ ਜੀ ਕੁਝ ਕਾਂਡਾਂ ਦੇ ਵਿੱਚ ਵੰਡਿਆ ਹੋਇਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਪੰਚਮ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਦਾ ਕਾਂਡ ਹੈ, ਉਹ ਸ਼ਹਾਦਤ ਵਾਲਾ ਤੇ ਭਗਤੀ ਕਾਂਡ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਜੀ ਵਾਲਾ ਫਿਰ ਸ਼ਸਤਰਾਂ ਵਾਲਾ ਕਾਂਡ ਹੈ। 9ਵੇਂ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਹੈ, ਉਹ ਫਿਰ ਭਗਤੀ ਕਾਲ ਵਾਲਾ, ਸ਼ਹਾਦਤ ਵਾਲਾ ਹੈ। 10ਮ ਪਾਤਸ਼ਾਹ ਜੀ ਦਾ ਜਿਹੜਾ ਸਮਾਂ ਫਿਰ ਸ਼ਸਤਰ ਕਾਲ ਦਾ ਹੈ। ਇਹਨਾਂ ਪ੍ਰਕਰਣਾਂ ਦੇ ਵਿੱਚ ਇਤਿਹਾਸ ਨੂੰ ਵੰਡਿਆ ਹੋਇਆ। ਮਹਾਰਾਜ ਜੀ ਕਹਿੰਦੇ ਵੀ ਤੂਸ਼ਣ ਹੋਏ ਰਾ। ਜਦੋਂ ਮਹਾਰਾਜ ਜੀ ਨੇ ਬਚਨ ਕਰ ਦਿੱਤੇ, ਭਾਈ ਪ੍ਰਾਣਾ ਜੀ ਨੇ ਨੀਵੀਂ ਪਾ ਲਈ ਤੇ ਚੁੱਪ ਕਰਕੇ ਮਹਾਰਾਜ ਜੀ ਦੇ ਕੌਤਕਾਂ ਨੂੰ ਵੇਖ ਰਹੇ ਨੇ। ਨੀਚ ਗਰੀਬ ਕਰ ਊਚ ਨਾ ਜੋਵਾ। ਫਿਰ ਆਪਣਾ ਸਿਰ ਨੀਵਾਂ ਕਰ ਲਿਆ ਤੇ ਮਨ ਬੈਰਾਗੀ ਹੋ ਗਿਆ, ਮਨ ਭਰਿਆ ਹੋਇਆ ਸੀ। ਹੁਣ ਅੱਗੋਂ ਗੁਰੂ ਜੀ ਨੂੰ ਕੋਈ ਬਚਨ ਨਹੀਂ ਕੀਤਾ, ਜੋ ਮਹਾਰਾਜ ਜੀ ਦਾ ਹੁਕਮ ਸੀ ਖਿੜੇ ਮੱਥੇ ਪ੍ਰਵਾਨ ਕਰ ਲਿਆ ਭਾਈ ਪ੍ਰਾਣਾ ਜੀ। ਸਤਿਗੁਰ ਪਾਤਸ਼ਾਹ ਜੀ ਦੇਗ ਮਝਾਰੀ, ਉਬਲਦੀ ਹੋਈ ਦੇਗ ਦੇ ਵਿੱਚ ਚੌਂਕੜਾ ਮਾਰ ਕੇ ਬੈਠੇ ਹੋਏ ਨੇ। ਤਰੇ ਦੁਸ਼ਟ ਬਹੁ ਸਮਦਾ ਜਾਰੀ। ਤੇ ਦੁਸ਼ਟ ਜਿਹੜੇ ਨੇ, ਜਿਹੜੇ ਅਹਲਕਾਰ ਨੇ, ਚੰਦੂ ਕਹਿੰਦਾ ਹੋਰ ਅੱਗ ਬਾਲੋ। ਐਉਂ ਪ੍ਰਤੀਤ ਹੋ ਰਿਹਾ ਵੀ ਇਹਨਾਂ ਨੂੰ ਤੇ ਅੱਗ ਪੋਹ ਹੀ ਨਹੀਂ ਰਹੀ, ਇਹਨਾਂ ਦਾ ਤਾਂ ਸਰੀਰ ਤਾਪ ਹੀ ਨਹੀਂ ਰਿਹਾ। ਤੇ ਸਤਿਗੁਰੂ ਜੀ ਤੇ ਬੜੇ ਆਨੰਦ ਦੇ ਨਾਲ ਗੱਲਾਂ ਕਰ ਰਹੇ ਨੇ। ਬੜੀ ਵੱਡੀ ਅੱਗ ਦੇ ਲੋਹ ਥੱਲੇ ਹੋਰ ਬਾਲਣੀ ਸ਼ੁਰੂ ਕਰ ਦਵੋ। ਅਗਨ ਧਾਰ ਔਰ ਡਰ ਸਮਦਾਊ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲ ਵੇਖ ਕੇ ਚੰਦੂ ਕਹਿੰਦਾ ਵੀ ਐਉਂ ਲੱਗ ਰਿਹਾ ਵੀ ਜਿਵੇਂ ਅੱਗ ਨੇ ਵੀ ਅੱਜ ਆਪਣਾ ਸੁਭਾਅ ਬਦਲ ਲਿਆ ਹੋਵੇ। ਹੁਣ ਇੱਕ ਪਾਸੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ ਹੋਣ ਤੇ ਦੂਸਰੇ ਪਾਸੇ ਅੱਗ ਬਲ ਰਹੀ ਹੋਵੇ। ਅੱਗ ਨੇ ਵੀ ਅੱਜ ਸੋਚਿਆ ਹੋਵੇਗਾ ਵੀ ਮੇਰੇ ਕੋਲੋਂ ਅੱਜ ਦੁਸ਼ਟਾਂ ਨੇ ਕਿਹੜਾ ਕੰਮ, ਕਿਹੜਾ ਪਾਪ ਵੱਡਾ ਕਰਵਾ ਲਿਆ। ਆਪਣਾ ਸੁਭਾਅ ਹੀ ਚੰਦੂ ਕਹਿੰਦਾ ਐਉਂ ਲੱਗ ਰਿਹਾ ਵੀ ਜਿਵੇਂ ਤਬਦੀਲ ਕਰਦੀ ਜਾ ਰਹੀ ਹੈ। ਕਰਿਓ ਬਿਪਰਜੈ ਆਪਨ ਸੁਭਾਊ। ਵੀ ਅੱਗ ਨੇ ਆਪਣਾ ਸੁਭਾਅ ਹੀ ਪੁੱਠੇ ਪਾਸੇ ਕਰ ਲਿਆ। ਹੁਣ ਚੰਦੂ ਆਪਣੇ ਅਹਿਲਕਾਰਾਂ ਨੂੰ ਕਹੇ ਵੀ ਇੰਨੇ ਚਿਰ ਦੀ ਅੱਗ ਮੱਚ ਰਹੀ ਹੈ ਤੇ ਅਜੇ ਵੀ ਇਹਨਾਂ ਨੂੰ ਅੱਗ ਨਹੀਂ ਪੋ ਰਹੀ, ਸ਼ਾਂਤ ਚਿੱਤ ਬੈਠੇ ਹੋਏ ਨੇ। ਵਿਪਰਜੈ ਅੱਗ ਨੇ ਆਪਣਾ ਸੁਭਾਅ ਤੇ ਨਹੀਂ ਕਿਤੇ ਬਦਲ ਲਿਆ। ਤੇਜ ਸ਼ੋਰ ਕਰ ਸੀਤਲ ਹੋਵਾ। ਤੇਜ ਸ਼ੋਰ ਕਰ ਸੀਤਲ ਹੋਵਾ। ਅੱਗ ਅੱਜ ਆਪਣਾ ਤੇਜ ਪ੍ਰਚੰਡ ਰੂਪ, ਪ੍ਰਤਾਪ ਰੂਪ ਛੱਡ ਕੇ ਸੀਤਲ ਹੋ ਗਈ ਹੋਵੇ। ਇਹਦੇ ਅੱਗ ਦੇਗ ਥੱਲੇ ਹੋਰ ਵੱਡੀ ਭਿਆਨਕ ਅੱਗ ਬਾਲੋ। ਇਹ ਆਪਣੇ ਚੰਦੂ ਅਹਿਲਕਾਰਾਂ ਨੂੰ ਕਹਿ ਰਿਹਾ ਹੈ। ਗੁਰ ਤਨ ਤਾਪ ਤਨਕ ਨਹਿ ਜੋਵਾ। ਕਹਿੰਦਾ ਮੈਂ ਵੇਖ ਰਿਹਾ ਗੁਰੂ ਦਾ ਮੁਖੜਾ ਉਸੇ ਤਰ੍ਹਾਂ ਖਿੜਿਆ ਹੋਇਆ। ਗੁਰੂ ਨੂੰ ਤੇ ਕੋਈ ਦੁੱਖ ਵਿਆਪ ਹੀ ਨਹੀਂ ਰਿਹਾ। ਇਹਨਾਂ ਦੇ ਹੋਰ ਭਿਆਨਕ ਕਸ਼ਟ ਜਿਹੜੇ ਤਸੀਹਾਂ ਦਾ ਸਿਲਸਿਲਾ ਭਾਰੀ ਕਰ ਦਵੋ। ਦੋਹਰਾ
ਕਿਤਕ ਕਾਲ ਬੈਠੇ ਰਹੇ ਪੁਨ ਖਲ ਕਹਿ ਨਿਕਸਾਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਤਕ ਕਾਲ ਬੜਾ ਲੰਬਾ ਸਮਾਂ ਦੇਗ ਵਿੱਚ ਉਬਲਦੇ ਰਹੇ। ਦੇਗ ਵਿੱਚ ਪਾਣੀ ਉਬਲਿਆ, ਫਿਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਿਠਾਇਆ। ਸਰੀਰ ਉਬਾਲੇ ਖਾਈ ਜਾ ਰਹੇ। ਮਹਾਰਾਜ ਜੀ ਕਿੰਨਾ ਚਿਰ ਦੇਗ ਵਿੱਚ ਉਬਲਦੇ ਹੀ ਰਹੇ ਨੇ। ਗਇਓ ਸਦਨ ਨਿਜ ਮੂੜ ਮਤ ਮਹਿਮਾ ਲਖੀ ਨਾ ਕਾਏ। ਹੁਣ ਸਤਿਗੁਰੂ ਜੀ ਨੂੰ ਪਹਿਲੇ ਦਿਨ ਦੇ ਭਿਆਨਕ ਤਸੀਹੇ ਦੇਣ ਉਪਰੰਤ ਚੰਦੂ ਆਪਣੇ ਘਰ ਚਲਾ ਜਾਂਦਾ। ਸਤ ਸੰਗਤ ਜੀ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਨੇ। ਮਹਾਰਾਜ ਜੀ ਨੂੰ ਦੇਗ ਵਿੱਚ ਉਬਾਲਿਆ ਜਾ ਰਿਹਾ ਤੇ ਦੀਵਾਨ ਚੰਦੂ ਸਤਿਗੁਰੂ ਜੀ ਨੂੰ ਪਹਿਲੇ ਦਿਨ ਦੇ ਤਸੀਹੇ ਜਦੋਂ ਸਮਾਪਤ ਹੁੰਦੇ, ਤਸੀਹੇ ਦੇ ਕੇ ਆਪਣੇ ਘਰ ਵਾਲੇ ਪਾਸੇ ਮੂਰਖ ਚਲਾ ਜਾਂਦਾ ਹੈ। ਦੋਹਰਾ ਗ੍ਰਹਿ ਚੰਦੂ ਕੇ ਸੁਧ ਭਈ ਸਤਿਗੁਰ ਕੋ ਦੁਖ ਦੇਤ। ਹੁਣ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਗ੍ਰਿਫਤਾਰ ਕਰਕੇ ਲਾਹੌਰ ਦਰਬਾਰ ਦੇ ਵਿੱਚ ਚੰਦੂ ਦੇ ਹਵੇਲੀ ਵਿੱਚ ਤਸੀਹੇ ਦਿੱਤੇ ਜਾ ਰਹੇ ਨੇ, ਦੇਗ ਵਿੱਚ ਮਿਲੇ ਹੋਏ ਤਸੀਹਾਂ ਉਪਰੰਤ ਚੰਦੂ ਆਪਣੇ ਘਰ ਦੇ ਵਿੱਚ ਚਲਾ ਜਾਂਦਾ। ਤੇ ਚੰਦੂ ਦੇ ਘਰ ਦੇ ਵਿੱਚ ਵੀ, ਕਿਉਂਕਿ ਲਾਹੌਰ ਸ਼ਹਿਰ ਦੇ ਵਿੱਚ ਤੇ ਹਾਹਾਕਾਰ ਮਚੀ ਹੋਈ ਸੀ। ਜਿਹੜੇ ਸਿੱਖਾਂ ਦੇ ਘਰਾਂ ਤੋਂ ਚੱਲ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਜਹਾਂਗੀਰ ਦੇ ਦਰਬਾਰ ਵਿੱਚੋਂ ਮੁੜ ਕੇ ਗਏ ਨਹੀਂ, ਸੰਗਤ ਨੂੰ ਕਹਿ ਕੇ ਆਏ ਸੀ ਥੋੜ੍ਹੇ ਸਮੇਂ ਤੱਕ ਆ ਜਾਵਾਂਗੇ। ਲਾਹੌਰ ਦੇ ਵਿੱਚ ਹਾਹਾਕਾਰ ਮਚ ਗਈ ਤੇ ਇਹ ਹਾਹਾਕਾਰ ਮਚੀ ਹੋਈ ਦੀ ਸੁੱਧ ਚੰਦੂ ਦੇ ਘਰ ਵਿਖੇ ਵੀ ਜਾ ਪਹੁੰਚੀ। ਉਹਦੀ ਨੂੰਹ ਨੂੰ, ਉਹਦੀ ਪਤਨੀ ਨੂੰ, ਪੁੱਤਰਾਂ ਨੂੰ, ਸਾਰੇ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਪਤਾ ਲੱਗ ਗਿਆ ਹੈ। ਕਿਸੇ ਸਿੱਖ ਕੀ ਸੁਤਾ ਥੀ ਪਾਪੀ ਨੁਖਾ ਨਕੇਤ। ਹੁਣ ਚੰਦੂ ਦੇ ਘਰ ਜਿਹੜੇ ਉਹਦੇ ਪੁੱਤਰ ਕਰਮ ਚੰਦ ਦੇ ਨਾਲ ਲੜਕੀ ਵਿਆਹੀ ਹੋਈ ਸੀ, ਮਹਾਂਕਵੀ ਸੰਤੋਖ ਸਿੰਘ ਸਾਹਿਬ ਜੀ ਕਹਿ ਰਹੇ ਨੇ ਵੀ ਉਹ ਕਿਸੇ ਸਿੱਖ ਦੀ ਪੁੱਤਰੀ ਸੀ। ਹੁਣ ਚੰਦੂ ਦੀ ਨੂੰਹ ਜਿਹੜੀ ਹੈ, ਇਹ ਕੱਲ੍ਹ ਦੇ ਪ੍ਰਕਰਨ ਵਿੱਚ ਆਪਾਂ ਸਰਵਣ ਕਰਾਂਗੇ ਵੀ ਉਹਦੀ ਕਿਹੋ ਜਿਹੀ ਭਾਵਨਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਬਣਦੀ ਹੈ, ਕਿਹੋ ਜਿਹੀ ਸੇਵਾ ਜਦੋਂ ਉਹਨੂੰ ਖਬਰ ਮਿਲਦੀ ਹੈ ਮਨ ਦੇ ਵਿੱਚ, ਉਹਦੇ ਕਿੱਡਾ ਵੱਡਾ ਵਿਰਾਗ ਉਤਪੰਨ ਹੁੰਦਾ ਤੇ ਕਿਹੋ ਜਿਹੀ ਭਾਵਨਾ ਲੈ ਕੇ ਉਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਾ ਕੇ ਮਿਲਦੀ ਹੈ। ਕਿਸੇ ਸਿੱਖ ਦੀ ਪੁੱਤਰੀ ਸੀ ਇਹ। ਗੁਰ ਇਤਿਹਾਸਕ ਗ੍ਰੰਥਾਂ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹਨਾਂ ਦੇ ਪਿਤਾ ਜੀ ਦਾ ਜ਼ਿਕਰ ਕੀਤਾ। ਹਰੀਦਾਸ ਸੋਇਨੀ ਜਾਤ ਦੇ ਨਾਲ ਇਹ ਗਵਾਲੀਅਰ ਕਿਲੇ ਦੇ ਇੱਕ ਦਰੋਗਾ ਸੀ, ਉਹਦੀ ਸਪੁੱਤਰੀ ਸੀ ਇਹ, ਚੰਦੂ ਦੇ ਘਰ ਵਿਆਹੀ ਹੋਈ ਸੀ ਕਰਮਚੰਦ ਦੇ ਨਾਲ। ਇਹਨੂੰ ਜਦੋਂ ਖਬਰ ਮਿਲਦੀ ਹੈ, ਇਹ ਕਿਹੋ ਜਿਹੀ ਭਾਵਨਾ ਉਤਪੰਨ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਪਹੁੰਚਦੀ ਹੈ। ਚਾਉ ਪਈ ਸੁਨ ਪ੍ਰਸੰਗ ਦਲ ਕਿਉ ਤਿਸ ਹਿਰਦਾ। ਇਹ ਪ੍ਰਸੰਗ ਸੁਣ ਕੇ ਇਹਦਾ ਹਿਰਦਾ ਛਲਕ ਗਿਆ। ਕਿਹਦਾ ਹਿਰਦਾ ਛਲਕ ਗਿਆ? ਚੰਦੂ ਦੀ ਨੂੰਹ ਦਾ। ਇਹ ਸਾਰਾ ਪ੍ਰਸੰਗ ਜਦੋਂ ਕਿਸੇ ਨੇ ਆ ਕੇ ਅਹਿਲਕਾਰ ਨੇ ਉਹਨੂੰ ਸੁਣਾਇਆ, ਚੰਦੂ ਦੀ ਨੂੰਹ ਨੂੰ ਪਤਾ ਲੱਗਾ, ਉਹਦਾ ਹਿਰਦਾ ਛਲਕ ਗਿਆ, ਮਨ ਬੈਰਾਗੀ ਹੋ ਗਿਆ। ਉਹ ਮਨ ਹੀ ਮਨ ਦੇ ਵਿੱਚ ਸੋਚਣ ਲੱਗ ਪਈ ਵੀ ਅਸੀਂ ਤੇ ਇਸ ਗੁਰੂ ਦੇ ਸਿੱਖ ਹਾਂ, ਜਿਸ ਗੁਰੂ ਦੀ ਸੇਵਾ ਕਰਕੇ ਅਸੀਂ ਇੰਨੀਆਂ ਦਾਤਾਂ ਗੁਰੂ ਘਰ ਦੇ ਵਿੱਚੋਂ ਪ੍ਰਾਪਤ ਕੀਤੀਆਂ, ਗੁਰੂ ਦੀ ਸਿੱਖੀ ਦੇ ਵਿੱਚ ਸਾਨੂੰ ਇੰਨੀਆਂ ਬਖਸ਼ਿਸ਼ਾਂ ਮਿਲੀਆਂ, ਅੱਜ ਉਸੇ ਗੁਰੂ ਨੂੰ ਇੰਨੇ ਭਿਆਨਕ ਤਸੀਹੇ ਮੇਰਾ ਸਹੁਰਾ ਦੇ ਰਿਹਾ। ਜਿਸ ਘਰ ਦੇ ਵਿੱਚ ਮੈਂ ਵਿਆਹੀ ਹੋਈ ਹਾਂ, ਉਸੇ ਘਰ ਦੇ ਲੋਕ ਗੁਰੂ ਜੀ ਨੂੰ ਸ਼ਹੀਦ ਕਰਨ ਦੇ ਉੱਪਰ ਤੁਲੇ ਹੋਏ ਨੇ। ਇਹੋ ਜਿਹੀ ਭਾਵਨਾ ਲੈ ਕੇ ਉਹ ਬੈਠੀ ਹੈ, ਮਨ ਹੀ ਮਨ ਦੇ ਵਿੱਚ ਸੋਚ ਰਹੀ ਹੈ, ਬੈਰਾਗੀ ਹੋ ਰਹੀ ਹੈ ਕੀ ਕੁਝ ਉਹ ਆਪਣੇ ਘਰ ਦੇ ਵਿੱਚ ਕਰਦੀ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਸ ਪ੍ਰਕਾਰ ਮਿਲਣ ਜਾਂਦੀ ਹੈ, ਸਿਪਾਹੀਆਂ ਦਾ ਪਹਿਰਾ ਜਿਹੜਾ ਲੱਗਾ ਹੋਇਆ ਹੈ, ਕਿਵੇਂ ਉਹਨਾਂ ਨੂੰ ਚੀਰ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਸ ਬੱਚੀ ਨੂੰ ਦਰਸ਼ਨ ਨਸੀਬ ਹੁੰਦੇ ਨੇ। ਮਹਾਰਾਜ ਜੀ ਉਸ ਬੱਚੀ ਦੇ ਨਾਲ ਕੀ ਵਾਰਤਾਲਾਪ ਕਰਦੇ ਨੇ, ਇਹ ਕੱਲ੍ਹ ਦੇ ਆਉਣ ਵਾਲੇ ਪ੍ਰਕਰਣਾਂ ਦੇ ਵਿੱਚ ਆਪਾਂ ਸਰਵਣ ਕਰਾਂਗੇ। ਹੋਰ ਕਿਸ ਪ੍ਰਕਾਰ ਦੇ ਕਸ਼ਟ ਜਿਹੜੇ ਮਹਾਰਾਜ ਜੀ ਨੂੰ ਦਿੱਤੇ ਜਾਣਗੇ, ਇਹ ਵੀ ਆਪਾਂ ਸਰਵਣ ਕਰਾਂਗੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਤਰਸ ਕਰਨ। ਜਿੰਨੀਆਂ ਵੀ ਸੰਗਤਾਂ ਦੂਰੋਂ ਨੇੜੇ ਤੋਂ ਚੱਲ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਈਆਂ, ਸਤਿਗੁਰੂ ਜੀ ਸਾਰਿਆਂ ਦੀ ਯਾਤਰਾ ਸਫਲੀ ਕਰਨ, ਸੇਵਾਵਾਂ ਸਫਲ ਕਰਨ, ਆਪਣੇ ਦਰ ਘਰ ਵਿਖੇ ਹਾਜ਼ਰੀ ਦਰ ਪ੍ਰਵਾਨ ਕਰਨ। ਭੁੱਲ ਚੁੱਕ ਦੀ ਖਿਮਾ ਜੀ। ਅਖੀਰਲੀਆਂ ਪੰਕਤੀਆਂ ਸਰਵਣ ਕਰੀਏ। ਕੋਟਾਨ ਕੋਟ ਸ਼ੁਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਹੋਈ ਭੁੱਲ ਚੁੱਕ ਦੀ ਸ਼ਿਮਾ ਜੀ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਹੈ ਜੀ। ਗ੍ਰਹਿ ਚੰਦੂ ਕੇ ਸੁਧ ਭਈ ਸਤਿਗੁਰ ਕੋ ਦੁਖ ਦੇਤ। ਕਿਸੇ ਸਿੱਖ ਕੀ ਸੁਤਾ ਥੀ ਪਾਪੀ ਨੁਖਾ ਨਕੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।